ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਾਂ, ਹਿਰਦੈ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਾਚਾ ਹੋਏ। ਵਾਹਿਗੁਰੂ ਜੀ ਕੀ ਫਤਿਹ। ਵੇਗਾਨਾ ਵਿਨਾਸਨ ਸੋ, ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨਤ ਸ਼੍ਰਵਣ ਇਸ ਦਿਸ਼ ਕਰ ਨੈਨਾ। ਨਰਕ ਨਿਵਾਰਨ ਬੋਲੇ ਬੈਨਾ। ਇਉਂ ਹੀ ਅਬ ਹਮਰੇ ਜਿ ਆਏ। ਮਾਨਵ ਪਾਸ ਨਾ ਮੋਹੇ ਸੁਹਾਈ। ਸੁਨਤ ਸ਼੍ਰਵਣ ਇਸ ਦਿਸ਼ ਕਰ ਨੈਨਾ। ਨਰਕ ਨਿਵਾਰਨ ਬੋਲੇ ਬੈਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ
ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ, ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਸਿੱਖਾਂ ਦੀ ਪਰਖ ਕਰਨ ਵਾਸਤੇ ਮਹਾਰਾਜ ਜੀ ਨੇ ਸਵਾਂਗ ਰਚਨਾ ਕੀਤਾ। ਤਰ੍ਹਾਂ ਤਰ੍ਹਾਂ ਦੇ ਕੌਤਕ ਸਤਿਗੁਰੂ ਮਹਾਰਾਜ ਜੀ ਕਰਦੇ ਹਨ। ਤਰ੍ਹਾਂ ਤਰ੍ਹਾਂ ਦੇ ਪਰਚੇ ਜਿਹੜੇ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਦੇ ਉੱਤੇ ਪਾਉਣੇ ਕੀਤੇ ਕਿ ਇਸ ਤਰ੍ਹਾਂ ਹੀ ਆਪਾਂ ਨੇ ਹੁਣ ਸਿੱਖਾਂ ਦੀ ਪਰਖ ਕਰਨੀ ਹੈ, ਕਿਹੜਾ ਕਸੌਟੀ ਦੇ ਉੱਤੇ ਖਰਾ ਉਤਰਦਾ, ਪੂਰਾ ਉਤਰਦਾ। ਇਹ ਵੇਖਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਨਵਾਂ ਕੌਤਕ ਰਚਨਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਧਾਨਖ ਦਾ ਰੂਪ ਜਿਹੜਾ ਹੈ, ਸਾਂਸੀਆਂ ਦਾ ਰੂਪ ਮਹਾਰਾਜ ਜੀ ਨੇ ਧਾਰਨ ਕੀਤਾ ਹੈ। ਆਮ ਜਿਸ ਤਰ੍ਹਾਂ ਆਦੀਵਾਸੀ ਲੋਕ, ਜੰਗਲੀ ਲੋਕ ਰਹਿੰਦੇ ਹਨ, ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਇਹ ਵਿਕਰਾਲ ਸਰੂਪ ਆਪਣੇ ਤਨ ਦੇ ਉੱਤੇ ਧਾਰਨ ਕਰਨਾ ਕੀਤਾ। ਤੇ ਬਾਹਰੀ ਤੌਰ ਤੇ ਵੀ ਬਹੁਤ ਸਾਰੇ ਸ਼ਿਕਾਰੀ ਕੁੱਤੇ, ਸੂਰ ਆਦਿਕ ਇਹ ਸਤਿਗੁਰੂ ਮਹਾਰਾਜ ਜੀ ਦੇ ਨਾਲ ਸਨ। ਤੇ ਇਹ ਮਹਾਰਾਜ ਜੀ ਦਾ ਕੌਤਕ ਵੇਖ ਕਰਕੇ ਜਿਹੜੇ ਬਚੇ ਕੁਚੇ ਸਨ ਉਹ ਬਹੁਤ ਜ਼ਿਆਦਾ ਭਰਮਿਤ ਹੋ ਗਏ। ਕਈਆਂ ਨੇ ਕਹਿ ਦਿੱਤਾ ਕਿ ਲੱਗਦਾ ਮਹਾਰਾਜ ਜੀ ਦੇ ਦਿਮਾਗ ਦੇ ਵਿੱਚ ਨੁਕਸ ਪੈ ਗਿਆ। ਕੋਈ ਕਹਿੰਦਾ ਕਿ ਸਤਿਗੁਰੂ ਮਹਾਰਾਜ ਝੱਲੇ ਹੋ ਗਏ ਹਨ, ਬਾਵਰੇ ਹੋ ਗਏ ਹਨ। ਇਸ ਤਰ੍ਹਾਂ ਕਹਿ ਕਰਕੇ ਕਈ ਜਿਹੜੇ ਆਏ ਸੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਇਹ ਸਵਾਂਗ ਵੇਖ ਕਰਕੇ ਉਹ ਭੱਜ ਗਏ, ਉਹ ਦੌੜ ਗਏ। ਇੱਕ ਬਾਬਾ ਲੈਣਾ ਜੀ ਜੋ ਹਨ, ਉਹਨਾਂ ਨੇ ਰੂਪ ਧਾਰਨ ਕਰਕੇ ਵਿਕਰਾਲ ਧਾਨਖਾਂ ਦਾ ਰੂਪ ਧਾਰਨ ਕਰਕੇ ਮਹਾਰਾਜ ਜੀ ਬੈਠੇ ਹੋਏ। ਬਾਬਾ ਲੈਣਾ ਜੀ ਨੇ ਆ ਕਰਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ। ਮਹਾਰਾਜ ਜੀ ਨੂੰ ਬਚਨ ਕਰਨਾ ਕੀਤਾ ਕਿ ਆ ਸਤਿਗੁਰੂ ਮਹਾਰਾਜ ਇਹ ਚੋਜ ਆਪ ਕਿਉਂ ਵਰਤਾ ਰਹੇ ਹੋ? ਇਹ ਮਹਾਰਾਜ ਆਪ ਜੀ ਲੀਲਾ ਕਿਉਂ ਵਰਤਾ ਰਹੇ ਹੋ? ਸਤਿਗੁਰੂ ਮਹਾਰਾਜ ਇਹ ਧਾਨਖਾਂ ਦਾ ਰੂਪ ਆਪ ਨੇ ਕਿਉਂ ਧਾਰਨ ਕਰਨਾ ਕੀਤਾ? ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਬਾਬਾ ਲੈਣਾ ਜੀ ਅਸੀਂ ਤਾਂ ਬਾਹਰੀ ਆ ਰੂਪ ਧਾਰਨ ਕੀਤਾ, ਲੇਕਿਨ ਸੰਸਾਰ ਦੇ ਹਰ ਇੱਕ ਮਨੁੱਖ ਜਿਹੜਾ ਜ਼ਿਆਦਾਤਰ ਤਾਂ ਬੇਸ਼ੱਕ ਬਾਹਰੋਂ ਤਾਂ ਉਹਨਾਂ ਨੇ ਧਾਨਖ ਦਾ ਰੂਪ, ਭਿਆਨਕ ਵਿਕਰਾਲ ਰੂਪ ਨਹੀਂ ਧਾਰਨ ਕੀਤਾ, ਬਾਹਰੋਂ ਬਹੁਤ ਵਧੀਆ ਹਨ, ਲੇਕਿਨ ਅੰਦਰ ਖਾਤੇ ਤਕਰੀਬਨ ਸਾਰੇ ਲੋਕ ਉਹਨਾਂ ਨੇ ਧਾਨਖ ਦਾ, ਸਾਂਸੀਆਂ ਦਾ, ਸ਼ਿਕਾਰੀਆਂ ਦਾ ਰੂਪ ਧਾਰਨ ਕਰਨਾ ਕੀਤਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਇਸ ਪ੍ਰਥਾਏ ਸ਼੍ਰੀ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ ਕਿ ਏਕ ਸਵਾਨ ਦੋਏ ਸਵਾਨੀ ਨਾਲ ਭਲ ਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਨਾ ਕੀਤਾ। ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ, ਹਉ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਇਹ ਸ਼ਬਦ ਦੀ ਪਾਵਨ ਵਿਚਾਰ ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਹਨੂੰ ਸਰਵਣ ਕਰਨਾ ਕੀਤਾ ਸੀ। ਇਹਦੇ ਸ਼ਾਬਦਿਕ ਅਰਥ, ਇਹਦੇ ਭਾਵ ਅਰਥਾਂ ਨੂੰ ਵੀ ਆਪਾਂ ਨੇ ਸਮਝਣ ਦਾ ਯਤਨ ਕਰਨਾ ਕੀਤਾ। ਮਹਾਰਾਜ ਜੀ ਬਾਰ-ਬਾਰ ਇਹੀ ਸ਼ਬਦ ਦਾ ਬਾਰ-ਬਾਰ ਉਚਾਰਨ ਕਰਦੇ ਹਨ, ਗਾਇਨ ਕਰਦੇ ਹਨ। ਬਾਬਾ ਲੈਣਾ ਜੀ ਨੇ ਹੱਥ ਜੋੜ ਕਰਕੇ ਕਿਹਾ, ਸਤਿਗੁਰੂ ਮਹਾਰਾਜ ਦੇਖੋ ਆਪ ਜੀ ਨੇ ਇਹ ਵਿਕਰਾਲ ਰੂਪ ਧਾਰਨ ਕਰਨਾ ਕੀਤਾ, ਇਹਨੂੰ ਵੇਖ ਕਰਕੇ ਬਹੁਤ ਸਾਰੇ ਲੋਕ ਉਹ ਭਰਮਿਤ ਹੋ ਗਏ। ਉਹਨਾਂ ਨੇ ਸਤਿਗੁਰੂ ਮਹਾਰਾਜ ਆਪ ਜੀ ਦਾ ਸਾਥ ਛੱਡ ਕਰਕੇ ਉਹ ਭੱਜ ਗਏ, ਚੱਲ ਗਏ। ਹੁਣ ਕਿਰਪਾ ਕਰੋ ਮਹਾਰਾਜ। ਤੇ ਫਿਰ ਤੋਂ ਮਹਾਰਾਜ ਆਪਣੇ ਆਮ ਜੋ ਸਰੂਪ ਆਪ ਜੀ ਧਾਰਨ ਕਰਦੇ,
ਉਹ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਆਪ ਜੀ ਫਿਰ ਤੋਂ ਆ ਜਾਓ। ਜਦੋਂ ਬਾਬਾ ਲੈਣਾ ਜੀ ਨੇ ਇਹ ਬੇਨਤੀ ਕਰਨੀ ਕੀਤੀ, ਅੱਗੋਂ ਸਤਿਗੁਰੂ ਮਹਾਰਾਜ ਕੀ ਜਵਾਬ ਦਿੰਦੇ ਹਨ, ਕੀ ਕੌਤਕ ਕਰਦੇ ਹਨ। ਹੁਣ ਸਿੱਖਾਂ ਦੇ ਉੱਤੇ ਕਿਹੜਾ ਪਰਚਾ ਸਤਿਗੁਰੂ ਮਹਾਰਾਜ ਜੀ ਪਾਉਂਦੇ, ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰ ਘਰ ਦੇ ਉੱਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨਤ ਸ਼੍ਰੋਣ ਇਸ ਦਿਸ਼ ਕਰ ਨੈਣਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤਾਈਂ ਬਾਬਾ ਲੈਣਾ ਜੀ ਨੇ ਇਹ ਬਚਨ ਕਰਨਾ ਕੀਤਾ ਕਿ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇਖੋ, ਆਪ ਜੀ ਨੇ ਜੋ ਇਹ ਕੌਤਕ ਵਰਤਾਉਣਾ ਕੀਤਾ, ਸਾਰੇ ਮਹਾਰਾਜ ਭਰਮਿਤ ਹੋ ਗਏ। ਤਕਰੀਬਨ ਸਤਿਗੁਰੂ ਮਹਾਰਾਜ ਸਾਰਿਆਂ ਨੇ ਆਪ ਜੀ ਦਾ ਸਾਥ ਛੱਡ ਕਰਕੇ ਭੱਜ ਜਾਣਾ ਕੀਤਾ। ਲੇਕਿਨ ਮਹਾਰਾਜ ਮੇਰੇ ਉੱਤੇ ਆਪ ਜੀ ਦੀ ਪੂਰਨ ਕਿਰਪਾ ਹੈ ਤੇ ਮੈਂ ਸਤਿਗੁਰੂ ਮਹਾਰਾਜ ਹਿਰਦੇ ਵਿੱਚ ਮੇਰੇ ਦ੍ਰਿੜ ਵਿਸ਼ਵਾਸ ਹੈ, ਭਰੋਸਾ ਕਾਇਮ ਹੈ। ਭਾਵੇਂ ਸਾਰਾ ਸੰਸਾਰ ਭਰਮਿਤ ਹੋ ਜਾਵੇਗਾ, ਲੇਕਿਨ ਸਤਿਗੁਰੂ ਮਹਾਰਾਜ ਤੁਹਾਡੀ ਕਿਰਪਾ ਕੀਤਾ ਇਹਨੂੰ ਲਾ ਦਿਓ। ਜਦੋਂ ਇਹ ਬਚਨ ਇਹ ਬੇਨਤੀ ਬਾਬਾ ਲੈਣਾ ਜੀ ਨੇ ਕਰਨੀ ਕੀਤੀ ਤਾਂ ਸਤਿਗੁਰੂ ਮਹਾਰਾਜ ਉਹਨਾਂ ਦੇ ਬਚਨਾਂ ਨੂੰ ਸੁਣ ਕਰਕੇ ਉਹਨਾਂ ਦੇ ਵੱਲ ਅੱਖ ਭਰ ਕੇ ਵੇਖਣਾ ਕੀਤਾ। ਨਰਕ ਨਿਵਾਰਨ ਬੋਲੇ ਬਹਿਨਾ। ਨਰਕਾਂ ਨੂੰ ਵਾਲੇ ਕੌਣ? ਦੇਵ ਜੀ ਮਹਾਰਾਜ ਜੀ ਨੇ ਬਾਬਾ ਲੈਣਾ ਜੀ ਦੇ ਤਾਈਂ ਇਹ ਬਚਨ ਉਚਾਰਨ ਕੀਤਾ ਕਿਹਾ ਹੈ। ਇਉਂ ਹੀ ਅਬ ਹਮਰੇ ਜੀ ਆਏ। ਸਤਿਗੁਰੂ ਜੀ ਕਹਿੰਦੇ ਕਿ ਬਾਬਾ ਲੈਣਾ ਜੀ ਇਸ ਤਰ੍ਹਾਂ ਹੀ ਸਾਡੇ ਮਨ ਦੇ ਵਿੱਚ ਆ ਰਿਹਾ ਹੈ। ਮਾਨਵ ਪਾਸ ਨਾ ਮੋਹ ਸੁਹਾਈ। ਇਹ ਜੋ ਮਨੁੱਖ ਜਿਹੜੇ ਹਨ ਇਹ ਮੈਨੂੰ ਆਪਣੇ ਨਾਲ ਨਹੀਂ ਸ਼ੋਭਦੇ ਹਨ, ਇਹਨਾਂ ਦਾ ਸਾਥ ਮੈਨੂੰ ਚੰਗਾ ਨਹੀਂ ਲੱਗਦਾ। ਕਿਉਂਕਿ ਪਿਆਰਿਓ ਆਮ ਆਪਾਂ ਜਦੋਂ ਵੇਖਦੇ ਹਾਂ ਸੰਸਾਰ ਦੇ ਵਿੱਚ ਭਾਈ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਨਾ, ਗੁਰਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਆਪਾਂ ਉਹ ਪਾਵਨ ਸ਼ਬਦ ਪੜ੍ਹਦੇ ਹਾਂ ਕਿ ਕਬੀਰ ਜਹ ਮਾਰਗ ਪੰਡਤ ਗਏ ਪਾਛੈ ਪਈ ਬਹੀਰ। ਇੱਕ ਅਵਕਟ ਘਾਟੀ ਰਾਮ ਕੀ ਤਹਿ ਚੜ ਰਹਿਓ ਕਬੀਰ। ਸੰਸਾਰ ਦੇ ਵਿੱਚ ਪਿਆਰਿਓ ਜਿਹੜੇ ਵਿਦਵਾਨ ਪੰਡਤ ਜਿਹੜੇ ਦੰਭੀ ਪਖੰਡੀ ਜਦੋਂ ਲੰਘਦੇ ਨਾ, ਉਹਨਾਂ ਦੇ ਮਗਰ ਪਿਆਰਿਓ ਬਹੁਤ ਜ਼ਿਆਦੀ ਭੀੜ ਭੜਾਕਾ ਲੱਗ ਜਾਂਦੀ ਹੈ। ਬਹੁਤ ਭੀੜ ਉਹਨਾਂ ਦੇ ਇਰਦ ਗਿਰਦ ਇਕੱਤਰ ਹੋ ਜਾਂਦੀ, ਕਿਉਂਕਿ ਉਹ ਵੀ ਚਾਹੁੰਦੇ ਹਨ ਕਿ ਲੋਕ ਮੈਨੂੰ ਵਿਸ਼ੇਸ਼ ਕੋਟ ਕਰਨ, ਮੈਨੂੰ ਧਿਆਨ ਦੇਣ, ਮੇਰਾ ਬਚਨ ਮੰਨਣ, ਤੇ ਉਹ ਵੀ ਇਹੀ ਚਾਹੁੰਦੇ ਕਿ ਲੋਕੀ ਮੇਰੇ ਨਾਲ ਜੁੜਨ। ਜਿਹੜਾ ਕੋਈ ਨਾ ਵੀ ਆਵੇ ਤੇ ਉਹਨੂੰ ਉਹ ਸੱਦ ਕਰਕੇ ਘੱਲਦੇ ਕਿ ਆਓ ਭਾਈ ਮੇਰੇ ਨਾਲ ਜੁੜੋ, ਮੇਰੇ ਨਾਲ ਰਹੋ। ਜੇ ਪਿਆਰਿਓ ਕਿਸੇ ਨੇ ਇਹੋ ਜਿਹੇ ਲੋਕਾਂ ਨੇ ਜਿਹਦੇ ਜਿੱਥੇ ਜਾਣਾ ਹੋਵੇ ਤਾਂ ਫਿਰ ਲਾਗੇ ਵੀ ਜਾਣਾ ਹੋਵੇ ਤਾਂ ਵੀ ਆਪਣਾ ਪੂਰਾ ਲਾਵ ਲਸ਼ਕਰ ਲੈ ਕਰਕੇ ਸਾਰਿਆਂ ਨੂੰ ਇਕੱਤਰ ਕਰਕੇ, ਕਿਉਂਕਿ ਜਦੋਂ ਭੀੜ ਬਹੁਤ ਜ਼ਿਆਦੀ ਹੁੰਦੀ ਹੈ ਤੇ ਲੋਕ ਫਿਰ ਵਿਸ਼ੇਸ਼ ਕਰਕੇ ਉਹਨੂੰ ਤੱਕਦੇ ਹਨ, ਉਹ ਆਕਰਸ਼ਣ ਦਾ ਕੇਂਦਰ ਬਣ ਜਾਂਦਾ। ਆਮ ਜਿਹੜੇ ਲੋਕ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਆਦਮੀ ਕੋਈ ਜਣਾ ਕਣਾ ਨਹੀਂ ਹੈ, ਕੋਈ ਵਿਸ਼ੇਸ਼ ਆਦਮੀ ਹੈ, ਜਿਸ ਕਰਕੇ ਇਹਦੇ ਨਾਲ ਬਹੁਤ ਵੱਡਾ ਭੀੜ ਭੜਾਕਾ ਜਿਹੜਾ ਹੈ ਇਹ ਚੱਲ ਰਿਹਾ ਹੈ। ਲੇਕਿਨ ਜਿਹੜਾ ਸੱਚਾ ਬੰਦਾ ਹੁੰਦਾ ਤੇ ਉਹਦੇ ਨਾਲ ਪਿਆਰਿਓ ਕੋਈ ਲਾਗੇ ਨਹੀਂ ਲੱਗਦਾ, ਕਿਉਂਕਿ ਜਿਹੜਾ ਸੱਚਾ ਈਮਾਨਦਾਰ ਬੰਦਾ ਹੋਵੇ ਤੇ ਉਹ ਅਵਕਟ ਘਾਟੀ ਦੇ ਉੱਤੇ ਚੜ ਕੇ ਬੈਠਿਆ ਹੋਇਆ ਹੁੰਦਾ ਪਰਮ ਅਵਸਥਾ ਦੇ ਵਿੱਚ। ਉਹ ਅਵਸਥਾ ਦੇ ਵਿੱਚ ਪਹੁੰਚਣਾ ਬਹੁਤ ਜ਼ਿਆਦਾ ਕਠਿਨ ਹੁੰਦਾ। ਇਸ ਕਰਕੇ ਕਈ ਜਿਹੜੇ ਮਹਾਂਪੁਰਖ ਜਿਹੜੇ ਹਨ ਪਿਆਰਿਓ, ਸੱਚੇ ਮਹਾਂਪੁਰਖ,
ਉਹਨਾਂ ਦੇ ਨਾਲ ਰਹਿਣਾ ਬਹੁਤ ਜ਼ਿਆਦਾ ਕਠਿਨ ਹੁੰਦਾ ਹੈ, ਕਿਉਂਕਿ ਉਹ ਆਪਣੇ ਨਾਲ ਦਿਆਂ ਨੂੰ ਐਵੇਂ ਵਿਲੜ ਬਣਾ ਕਰਕੇ ਬਿਠਾ ਕਰਕੇ ਨਹੀਂ ਰੱਖਦੇ। ਤੇ ਫਿਰ ਜਿੱਥੇ ਵੀ ਜਾਣਾ ਤੇ ਚੱਲ ਭਾਈ ਲੱਗ ਜਾ ਸੇਵਾ ਤੇ, ਚੱਲ ਇੱਥੇ ਸੇਵਾ ਕਰ, ਚੱਲ ਆ ਕੰਮ ਕਰਨਾ ਕਰ। ਤੇ ਫਿਰ ਨਾਲ ਵਾਲਿਆਂ ਨੂੰ ਬੜੀ ਦਿੱਕਤ ਹੁੰਦੀ ਹੈ। ਹਾਂ ਤੁਸੀਂ ਲੈ ਕਰਕੇ ਜਾਓ, ਵਧੀਆ ਉਹਨਾਂ ਨੂੰ ਖਵਾਓ ਪਿਆਓ, ਘੁਮਾ ਕੇ ਲੈ ਕੇ ਆਓ, ਉਹਨਾਂ ਨੂੰ ਵੀ ਲੱਗਦਾ ਕਿ ਲਾਓ ਭਾਈ ਬਾਬਾ ਜਿਹੜਾ ਬੜਾ ਚੰਗਾ ਹੈ, ਸਾਨੂੰ ਘੁਮਾ ਫਿਰਾ ਕਰਕੇ ਵਧੀਆ ਪ੍ਰਸ਼ਾਦਾ ਸਾਨੂੰ ਛਕਾਉਂਦਾ। ਲੇਕਿਨ ਉਹੀ ਕੋਈ ਸੰਤ ਜਿਹੜੇ ਪੂਰਨ ਮਹਾਂਪੁਰਖ ਹੈ, ਤੇ ਜਦੋਂ ਉਹਨਾਂ ਦੇ ਨਾਲ ਜਾਓ ਤੇ ਉਹ ਆਪ ਸੇਵਾ ਦੇ ਵਿੱਚ ਲੱਗ ਜਾਵੇ, ਨਾਲ ਦਿਆਂ ਨੂੰ ਵੀ ਲਾ ਦੇਵੇ ਕਿ ਚਲੋ ਭਾਈ ਸੇਵਾ ਕਰੋ, ਚਲੋ ਭਾਈ ਸਿਮਰਨ ਕਰਨਾ ਕਰੋ, ਤਾਂ ਪਿਆਰਿਓ ਬਹੁਤ ਜ਼ਿਆਦਾ ਕਠਿਨ ਹੋ ਜਾਂਦਾ। ਜਿਹੜੇ ਮਰ ਜੀਵੜੇ ਹੁੰਦੇ ਹਨ ਉਹੀ ਉਹਨਾਂ ਦੇ ਨਾਲ ਨਿਭ ਸਕਦੇ, ਬਾਕੀ ਦਾ ਤਾਂ ਜਿਹੜੇ ਛਕਣ ਛਕਾਉਣ ਦੇ ਪ੍ਰੇਮੀ ਹੁੰਦੇ ਹਨ, ਮੌਜਾਂ ਮੰਨਣ ਵਾਲੇ, ਉਹ ਸਾਰੇ ਦੌੜ ਜਾਂਦੇ ਹਨ, ਸਾਰੇ ਭੱਜ ਜਾਂਦੇ। ਸੁਣਿਆ ਪਿਆਰਿਓ ਕਈ ਜਿਹੜੇ ਮਹਾਂਪੁਰਖ ਜਿਹੜੇ ਹਨ ਤੇ ਜਿੱਥੇ ਵੀ ਉਹਨਾਂ ਨੇ ਜਾਣਾ ਜ਼ਿਆਦਾ ਕੋਈ ਉਹਨਾਂ ਦੇ ਨਾਲ ਨਹੀਂ ਹੁੰਦੇ। ਤੇ ਜਦੋਂ ਪੁੱਛਿਆ ਗਿਆ ਕਿ ਭਾਈ ਕਿਉਂ ਨਾਲ ਨਹੀਂ ਜਾਂਦੇ ਮਹਾਂਪੁਰਖਾਂ ਦੇ, ਤੇ ਉਹਨਾਂ ਨੇ ਕਹਿ ਦਿੱਤਾ ਕਿ ਕੀ ਦੱਸਣਾ ਕਰੀਏ, ਕਿਉਂਕਿ ਬਾਬਾ ਜੀ ਸਾਡੇ ਜਿਹੜੇ ਉਹ ਤਾਂ ਬਹਿੰਦੇ ਨਹੀਂ, ਤੇ ਉਹ ਤਾਂ ਸਦਾ ਸੇਵਾ ਕਰਦੇ ਰਹਿੰਦੇ। ਜਦੋਂ ਉਹਨਾਂ ਦੇ ਨਾਲ ਜਾਈਏ ਤੇ ਉਹਨਾਂ ਨੇ ਨਾਲ ਸੇਵਾ ਤੇ ਲਾ ਦੇਣਾ। ਤੇ ਫਿਰ ਜਦੋਂ ਗੱਡੀ ਤੇ ਵੀ ਅਸੀਂ ਸਫ਼ਰ ਕਰਦੇ ਹਾਂ, ਉੱਥੇ ਵੀ ਉਹਨਾਂ ਨੇ ਖਾਲੀ ਬੈਣ ਨਹੀਂ ਦੇਣਾ, ਉੱਥੇ ਵੀ ਗੱਡੀ ਦੇ ਵਿੱਚ ਉਹ ਆਰਾਮ ਲੋਚਦਾ ਹੈ, ਮੌਜਾਂ ਲੋਚਦਾ ਹੈ। ਤੇ ਜਦੋਂ ਉਹਨੂੰ ਮੌਜਾਂ ਨਾ ਮਿਲੇ ਤਾਂ ਉਹ ਸਾਥ ਛੱਡ ਦਿੰਦੇ ਹਨ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਹ ਸਵਾਂਗ ਰਚਨਾ ਕੀਤਾ ਹੈ, ਤਾਂ ਪਿਆਰਿਓ ਇੱਕ ਅਵਕਟ ਘਾਟੀ ਰਾਮ ਕੀ ਤਹਿ ਚੜ ਰਹਿਓ ਕਬੀਰ। ਤੇ ਫਿਰ ਇੱਕ ਅਵਕਟ ਘਾਟੀ ਤੇ ਜਦੋਂ ਕੋਈ ਚੜ ਜਾਵੇ, ਪਰਮ ਸਿਖਰ ਤੇ ਪਹੁੰਚ ਜਾਵੇ, ਉਹਨਾਂ ਦੇ ਨਾਲ ਨਿਭਣਾ ਜਿਹੜਾ ਪਿਆਰਿਓ ਬਹੁਤ ਜ਼ਿਆਦਾ ਕਠਿਨ ਹੁੰਦਾ ਹੈ। ਇਸ ਕਰਕੇ ਕਈਆਂ ਨੇ ਭਾਵ ਕਿ ਬਾਬਾ ਲੈਣਾ ਜੀ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਸਾਰਿਆਂ ਨੇ ਆਪ ਜੀ ਦਾ ਸਾਥ ਛੱਡ ਦਿੱਤਾ। ਤੇ ਮਹਾਰਾਜ ਕਹਿਣ ਲੱਗੇ ਮੈਨੂੰ ਵੀ ਇਹੀ ਭਾਉਂਦਾ ਕਿ ਇਹ ਜਿਹੜੇ ਕੱਚੇ ਪਿੱਲੇ ਜਿਹੜੇ ਹਨ ਉਹਨਾਂ ਨੂੰ ਨਾਲ ਕਿਉਂ ਰੱਖਿਆ ਜਾਵੇ। ਜਿਹੜੇ ਪੱਕੇ ਜਿਹੜੇ ਹੁੰਦੇ ਹਨ ਸੱਚਮੁੱਚ ਮਰਜੀਵੜੇ, ਤੇ ਫਿਰ ਉਹ ਜੇ ਨਾਲ ਹੋਣ ਤਾਂ ਗੱਲ ਬਣਦੀ ਹੈ। ਐਵੇਂ ਜਿਹੜੇ ਕੱਚੇ ਪਿੱਲੇ ਖਾਣ ਪੀਣ ਦੇ ਜਿਹੜੇ ਬੇਲੀ ਹਨ ਉਹਨਾਂ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਤੈਂ ਕਿਉਂ ਅਬ ਹੈ ਬਿਲੰਬ ਲਗਾਈ। ਸਤਿਗੁਰੂ ਮਹਾਰਾਜ ਬਾਬਾ ਲੈਣਾ ਜੀ ਨੂੰ ਕਹਿੰਦੇ ਕਿ ਲੈਣਾ ਜੀ ਤੁਸੀਂ ਕਿਉਂ ਦੇਰੀ ਕਰਨੀ ਕੀਤੀ। ਹਟੋ ਸੰਗ ਤੇ ਜਾਹੋ ਭਲਾਈ। ਮਹਾਰਾਜ ਜੀ ਕਹਿੰਦੇ ਕਿ ਸਾਡਾ ਸਾਥ ਛੱਡ ਕਰਕੇ ਹੁਣੇ ਦੌੜ ਜਾਓ, ਭੱਜ ਜਾਓ। ਵੇਖਿਆ ਨਹੀਂ ਸਾਰੇ ਸਿੱਖ ਦੌੜ ਗਏ, ਭੱਜ ਗਏ, ਤੁਸੀਂ ਸਾਡੇ ਨਾਲ ਕਿਉਂ ਹੁੰਦੇ ਹੋ। ਸਾਡੇ ਨਾਲ ਤੁਸੀਂ ਵੀ ਸਾਡਾ ਸਾਥ ਛੱਡ ਕਰਕੇ ਭੱਜ ਜਾਓ, ਇੱਥੋਂ ਨਿਕਲ ਜਾਓ। ਬਚਨ ਮਾਨ ਨਹਿ ਨਿਕਟ ਰਹੀਜੈ। ਸਾਡਾ ਬਚਨ ਜਿਹੜਾ ਮੰਨਣਾ ਕਰੋ। ਅਸੀਂ ਇਹੀ ਤੁਹਾਨੂੰ ਕਹਿੰਦੇ ਆ, ਬਾਰ-ਬਾਰ ਕਹਿੰਦੇ ਆ, ਸਾਡੇ ਲਾਗੇ ਤੁਸਾਂ ਨੇ ਵੀ ਨਹੀਂ ਰਹਿਣਾ ਹੈ। ਸਾਥ ਛੋੜ ਕੇ ਗਮਨ ਕਰੀਜੈ। ਸਾਡਾ ਸਾਥ ਛੱਡ ਕਰਕੇ ਜਿੱਥੇ ਤੁਹਾਡਾ ਚਿੱਤ ਕਰਦਾ, ਜੀ ਕਰਦਾ, ਤੁਸੀਂ ਨਿਕਲ ਜਾਓ, ਭੱਜ ਜਾਓ। ਜਿਸ ਤਰ੍ਹਾਂ ਦੂਜੇ ਸਿੱਖ ਦੌੜ ਗਏ, ਭੱਜ ਗਏ, ਉਹਨਾਂ ਨੂੰ ਤਾਂ ਕਹਿਣਾ ਨਹੀਂ ਪਿਆ, ਲੇਕਿਨ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਸਾਡਾ ਸਾਥ ਛੱਡ ਕਰਕੇ ਤੁਸੀਂ ਵੀ ਨਿਕਲ ਜਾਓ, ਭੱਜ ਜਾਓ, ਸਾਡੇ ਨਾਲ ਤੁਸੀਂ ਨਹੀਂ ਰਹਿ ਸਕਦੇ ਹੋ। ਸੁਣ ਲਹਿਣੇ ਵਿਚਾਰ ਕਰ ਜੋਰੇ। ਸੁਣ ਕਰਕੇ ਬਾਬਾ ਲੈਣਾ ਜੀ ਨੇ ਮਨ ਵਿੱਚ ਪਹਿਲਾਂ ਵਿਚਾਰ ਕਰਨੀ ਕੀਤੀ, ਸਤਿਗੁਰੂ ਮਹਾਰਾਜ ਕੀ ਕਹਿਣਾ ਚਾਹੁੰਦੇ ਹਨ। ਫਿਰ ਹੱਥ ਜੋੜ ਕਰਕੇ ਬਚਨ ਉਚਾਰਨ ਕੀਤਾ। ਗੁਰੂ ਰਜਾਏ ਅਮੋਰ ਸੋ ਮੋਰੇ। ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਦੀ ਜੋ ਰਜਾ ਹੈ ਉਹ ਮੇਰੇ ਵਾਸਤੇ ਅਮੋਘ ਬਾਣ ਹੈ। ਭਾਵ ਕਿ ਅਮੋਘ ਬਾਣ ਉਹਨੂੰ ਬੋਲਦੇ ਹਨ ਕਿ ਜਿਹੜਾ ਇੱਕ ਵਾਰੀ ਨਿਕਲ ਜਾਵੇ ਨਾ ਤੀਰ, ਉਹ ਆਪਣੇ ਲਕਸ਼ ਨੂੰ ਵਿੰਨ ਕਰਕੇ ਰਹਿ ਜਾਂਦਾ। ਭਾਵ ਕਿ ਉਹ ਬਚਨ ਨੂੰ ਮੋੜ ਨਹੀਂ ਸਕਦੇ। ਜਿਸ ਤੀਰ ਨੂੰ ਮੋੜ ਨਹੀਂ ਸਕਦੇ ਉਹਨੂੰ ਅਮੋਘ ਬਾਣ ਬੋਲਦੇ। ਜਿਨ੍ਹਾਂ ਦੇ ਬਚਨਾਂ ਨੂੰ ਆਪਾਂ ਮੋੜ ਨਹੀਂ ਸਕਦੇ ਉਹਨੂੰ ਅਮੋਘ ਬਚਨ ਕਿਹਾ ਜਾਂਦਾ। ਬਾਬਾ ਲੈਣਾ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਆਪ ਜੀ ਦਾ ਬਚਨ ਅਮੋਘ ਹੈ। ਭਾਵ ਕਿ ਮੈਂ ਆਪ ਜੀ ਦੇ ਬਚਨ ਨੂੰ ਮੋੜ ਨਹੀਂ ਸਕਦਾ। ਸਿਰ ਪਰ ਧਰੋਂ ਸਦਾ ਮੈਂ ਆਛੇ। ਇਹੀ ਮੈਨੂੰ ਭਾਉਂਦਾ ਕਿ ਜੋ ਆਪ ਜੀ ਬਚਨ ਕਰੋਗੇ
ਤਾਂ ਸਤਿਗੁਰੂ ਮਹਾਰਾਜ ਉਹਨੂੰ ਸਤ ਕਰਕੇ ਮੈਨੇ ਉਹਨੂੰ ਆਪਣੇ ਬਚਨ ਗੁਰੂ ਪੂਰੇ ਜੇ ਕਹਿਆ ਮੈਂ ਸ਼ੀਕ ਗਾਂਠਰੀ ਬਾਂਧਾ। ਮੇਰੇ ਪੂਰੇ ਗੁਰੂ ਨੇ ਜੋ ਬਚਨ ਉਚਾਰਨ ਕਰਨਾ ਕੀਤਾ, ਮੈਂ ਉਹ ਬਚਨਾਂ ਨੂੰ ਐ ਘੁੱਟ ਕਰਕੇ ਗੰਢ ਮਾਰ ਕਰਕੇ ਆਪਣੇ ਪੱਲੇ ਰੱਖਣਾ ਕੀਤਾ। ਮੈਂ ਸਤਿਗੁਰੂ ਮਹਾਰਾਜ ਆਪ ਜੀ ਦੀ ਆਗਿਆ, ਆਪ ਜੀ ਦੀ ਰਜਾ ਮੋੜ ਨਹੀਂ ਸਕਦਾ ਹਾਂ। ਅਸ ਕਹਿ ਗਮਨਿਓ ਲਹਿਣਾ ਪਾਛੇ। ਇਸ ਤਰ੍ਹਾਂ ਕਹਿ ਕਰਕੇ ਬਾਬਾ ਲੈਣਾ ਜੀ ਹੁਣ ਪਿੱਛੇ ਨੂੰ ਚੱਲ ਗਏ ਹਨ। ਪਿਆਰਿਓ, ਇਹ ਵੀ ਇੱਕ ਬਹੁਤ ਵੱਡੀ ਪਰਖ ਹੈ, ਬਹੁਤ ਵੱਡੀ ਪਰਖ। ਆਪਾਂ ਨੂੰ ਤਾਂ ਇਹੀ ਲੱਗੇਗਾ ਕਿ ਭਈ ਇਹਦੇ ਵਿੱਚ ਕਾਹਦੀ ਪਰਖ ਹੈ, ਕਿਉਂਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਿਆਂ ਨੂੰ ਪਜਾਉਣਾ ਚਾਹੁੰਦੇ ਸੀ, ਮਹਾਰਾਜ ਜੀ ਨੇ ਉਹ ਵੀ ਪਰਖ ਲਈ ਸੀ ਕਿ ਸਾਡਾ ਇਹ ਸਵਾਂਗ ਵੇਖ ਕਰਕੇ, ਸਾਡਾ ਇਹ ਕੌਤਕ ਵੇਖ ਕਰਕੇ, ਵਿਕਰਾਲ ਸਰੂਪ ਵੇਖ ਕਰਕੇ ਸਾਰੇ ਦੌੜ ਜਾਣ, ਸਾਰੇ ਭੱਜ ਜਾਣ। ਤਾਂ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦਾ ਇਹ ਕੌਤਕ ਵੇਖ ਕਰਕੇ ਤਾਂ ਸਾਰੇ ਦੌੜ ਗਏ, ਭੱਜ ਗਏ। ਇੱਕ ਬਾਬਾ ਲੈਣਾ ਜੀ ਉਹ ਸਤਿਗੁਰੂ ਮਹਾਰਾਜ ਜੀ ਦੇ ਨਾਲ ਸਨ, ਤੇ ਹੁਣ ਸਤਿਗੁਰੂ ਮਹਾਰਾਜ ਜੀ ਨੇ ਆਪ ਕਿਹਾ ਕਿ ਬਾਬਾ ਜਿਹੜਾ ਹੁਕਮੀ ਬੰਦਾ ਨਾ ਹੋਵੇ ਤਾਂ ਉਹ ਇੱਥੇ ਹੁਕਮ ਦੀ ਅਦੂਲੀ ਹੋ ਜਾਂਦੀ ਸੀ। ਭਾਵ ਕਿ ਬਾਬਾ ਲੈਣਾ ਜੀ ਇਹ ਵੀ ਕਹਿ ਸਕਦੇ, ਮਹਾਰਾਜ ਜੋ ਮਰਜ਼ੀ ਹੋ ਜਾਏ, ਮੈਂ ਤੁਹਾਡਾ ਬਚਨ ਨਹੀਂ ਮੰਨਣਾ, ਮੈਂ ਤੁਹਾਡੇ ਨਾਲ ਹੀ ਰਹਿਣਾ ਹੈ, ਭਾਵੇਂ ਜੋ ਮਰਜ਼ੀ ਕਰੋ, ਮੈਂ ਇੱਥੋਂ ਨਹੀਂ ਜਾਵਾਂਗਾ। ਤਾਂ ਵੀ ਪਿਆਰਿਓ ਬਚਨਾਂ ਦੀ ਅਦੂਲੀ ਹੋ ਜਾਵੇਗੀ, ਤਾਂ ਵੀ ਬਚਨ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਤੋਂ ਨਹੀਂ ਮੰਨੇ ਜਾਣੇ ਹਨ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ, ਬਾਬਾ ਲੈਣਾ ਜੀ ਨੇ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਤੇ ਉਹਨਾਂ ਨੇ ਪਿਆਰਿਓ ਇੱਕ ਜਿਹੜਾ ਨਿਯਮ ਜਿਹੜਾ ਉਹਨੂੰ ਬਣਾਉਣਾ ਕੀਤਾ। ਉਹਨਾਂ ਨੇ ਇਹੀ ਸੇਵਾ ਕਰਨੀ ਕੀਤੀ ਹੈ, ਇਸ ਤਰ੍ਹਾਂ ਹੀ ਮਹਾਰਾਜ ਜੀ ਨੂੰ ਰਜਾਇਆ ਹੈ ਕਿ ਜੋ ਸਤਿਗੁਰੂ ਮਹਾਰਾਜ ਕਹਿਣਗੇ, ਮੈਂ ਮਹਾਰਾਜ ਜੀ ਦਾ ਬਚਨ ਕਦੇ ਮੋੜਨਾ ਨਹੀਂ ਹੈ, ਮੈਂ ਸਤਿਗੁਰੂ ਮਹਾਰਾਜ ਜੀ ਦਾ ਬਚਨ ਕਦੇ ਇਨਕਾਰ ਨਹੀਂ ਕਰਨਾ। ਆਪ ਜੀ ਨੇ ਪਿਆਰਿਓ ਪਿਛਲੇ ਦੀਵਾਨਾਂ ਦੇ ਵਿੱਚ ਉਹ ਵੀ ਸਾਖੀ ਨੂੰ ਸਰਵਣ ਕਰਨਾ ਕੀਤਾ ਸੀ। ਕੁਝ ਵਿਦਵਾਨ ਇਹਨੂੰ ਦੂਜੀ ਤਰ੍ਹਾਂ ਦੇ ਨਾਲ ਵੀ ਪੇਸ਼ ਕਰਦੇ ਹਨ। ਜਦੋਂ ਔੜ ਲੱਗ ਗਈ ਸੀ, ਭਾਵ ਕਿ ਬਹੁਤ ਜ਼ਿਆਦਾ ਮੀਂਹ ਪੈਣ ਲੱਗਾ, ਝੜੀ ਲੱਗ ਗਈ, ਤੇ ਗੁਰੂ ਘਰ ਦੇ ਵਿੱਚ ਲੰਗਰ ਜਦੋਂ ਮਸਤਾਨੇ ਹੋ ਗਏ, ਤਾਂ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਲੈਣਾ ਜੀ ਨੂੰ ਪਹਿਲੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਜਾਓ ਆ ਕਿਕਰਾਂ ਦੇ ਦਰਖਤ ਦੇ ਉੱਤੇ ਚੜ ਕਰਕੇ ਮਠਿਆਈ ਚੜਾ ਕੇ ਲੈ ਕੇ ਆਓ, ਸੰਗਤਾਂ ਨੂੰ ਛਕਾਓ। ਗੁਰੂ ਪੁੱਤਰਾਂ ਨੇ ਪਿਆਰਿਓ ਇਨਕਾਰ ਕਰ ਦਿੱਤਾ, ਔਰ ਵੀ ਜਿਹੜੇ ਸਿਆਣੇ ਸਮਝਦਾਰ ਸਨ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ। ਤੇ ਜਦੋਂ ਬਾਬਾ ਲੈਣਾ ਜੀ ਨੂੰ ਮਹਾਰਾਜ ਜੀ ਨੇ ਆਗਿਆ ਦਿੱਤੀ ਤੇ ਬਾਬਾ ਲੈਣਾ ਜੀ ਸਤ ਬਚਨ ਕਹਿ ਕਰਕੇ ਪਿਆਰਿਓ ਕਿਕਰਾਂ ਦੇ ਦਰਖਤ ਦੇ ਉੱਤੇ ਚੜ ਗਏ। ਤਾਂ ਉਸ ਵੇਲੇ ਗੁਰੂ ਪੁੱਤਰਾਂ ਨੇ ਤੇ ਜਿਹੜੇ ਔਰ ਸਮਝਦਾਰ ਸਨ ਉਹਨਾਂ ਨੇ ਇਹ ਬਚਨ ਕਰਨਾ ਕੀਤਾ, ਕਿਹਾ ਬਾਬਾ ਲੈਣਾ ਜੀ ਤੁਸੀਂ ਵੀ ਸਿਆਣੇ ਹੋ, ਤੁਸੀਂ ਵੀ ਸਮਝਦਾਰ ਹੋ, ਇਹਨਾਂ ਤੋਂ ਤੁਹਾਨੂੰ ਵੀ ਪਤਾ ਹੋਵੇਗਾ ਕਿ ਕਿਕਰਾਂ ਦੇ ਦਰਖਤ ਦੇ ਵਿੱਚੋਂ ਕੰਡਿਆਲੀ ਝੜੇਗੀ, ਉਹਦੀਆਂ ਜਿਹੜੀਆਂ ਫਲੀਆਂ ਜਿਹੜੀਆਂ ਉਹ ਝੜਨਗੀਆਂ। ਕਿਕਰਾਂ ਦੇ ਦਰਖਤ ਦੇ ਵਿੱਚੋਂ ਕਦੇ ਪਦਾਰਥ, ਕਦੇ ਮਠਿਆਈ ਥੋੜੀ ਝੜ ਸਕਦੀ ਹੈ, ਇਹ ਤਾਂ ਤੁਹਾਨੂੰ ਵੀ ਪਤਾ ਹੈ, ਕਿਉਂ ਤੁਸੀਂ ਦਰਖਤ ਤੇ ਚੜ ਕੇ ਆਪਣੀ ਬੇਇੱਜ਼ਤੀ ਕਰਾ ਰਹੇ ਹੋ। ਤਾਂ ਬਾਬਾ ਲੈਣਾ ਜੀ ਨੇ ਕਿਹਾ ਕਿ ਹਾਂ ਭਈ ਮੈਨੂੰ ਵੀ ਪਤਾ ਕਿ ਕਿਕਰਾਂ ਦੇ ਉੱਤੋਂ ਜਿਹੜੇ ਹਨ ਮਠਿਆਈ ਕਦੇ ਝੜ ਨਹੀਂ ਸਕਦੀ, ਲੇਕਿਨ ਮੈਨੂੰ ਕੀ ਲੈਣਾ ਹੈ ਕਿ ਦੇਣਾ ਹੈ ਕਿ ਮਠਿਆਈ ਝੜੇ ਜਾਂ ਨਾ ਝੜੇ। ਮੈਨੂੰ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਮੈਂ ਸਤਿਗੁਰੂ ਮਹਾਰਾਜ ਜੀ ਦਾ ਬਚਨ ਨਹੀਂ ਮੋੜਨਾ, ਮੈਂ ਮਹਾਰਾਜ ਜੀ ਦੇ ਹੁਕਮਾਂ ਦੇ ਉੱਤੇ ਚੱਲਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਉੱਥੇ ਵੀ ਨਹੀਂ ਮੋੜਿਆ। ਹੁਣ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਤੁਹਾਨੂੰ ਬਚਨ ਕਰਦੇ ਹਾਂ, ਹੁਕਮ ਕਰਦੇ ਹਾਂ, ਸਾਡਾ ਸਾਥ ਛੱਡ ਕਰਕੇ ਦੌੜ ਜਾਓ, ਭੱਜ ਜਾਓ। ਤੇ ਬਾਬਾ ਲੈਣਾ ਜੀ ਨੇ ਇਹ ਨਹੀਂ ਕਿਹਾ, ਨਹੀਂ ਮਹਾਰਾਜ ਮੈਂ ਜ਼ਬਰਦਸਤੀ ਤੁਹਾਡੇ ਨਾਲ ਹੀ ਰਹਿਣਾ। ਜੇ ਇਹ ਵੀ ਕਹਿ ਦਿੰਦੇ ਤਾਂ ਵੀ ਪਿਆਰਿਓ ਹੁਕਮ ਦੀ ਅਦੂਲੀ ਹੋ ਸਕਦੀ ਸੀ। ਬਾਬਾ ਲੈਣਾ ਜੀ ਨੇ ਸੱਤ ਕਹਿ ਕਰਕੇ ਕਿਹਾ, ਠੀਕ ਹੈ ਮਹਾਰਾਜ, ਆਪ ਜੀ ਨੂੰ ਜੇ ਇਹੀ ਭਾਉਂਦਾ, ਆਪ ਜੀ ਜੇ ਮੈਨੂੰ ਇਹੀ ਬਚਨ ਕਰਦੇ ਚੱਲ ਜਾਓ,
ਤਾਂ ਸਤਿਗੁਰੂ ਮਹਾਰਾਜ ਮੈਨੇ ਚੱਲ ਜਾਣਾ ਹੈ। ਪ੍ਰਭੂ ਬਿਲੋਕ ਤਾਹਿ ਕੀ ਓਰੀ। ਸਤਿਗੁਰੂ ਮਹਾਰਾਜ ਬਾਬਾ ਲੈਣਾ ਜੀ ਜਦੋਂ ਜਾ ਰਹੇ ਹਨ ਤੇ ਉਹਨਾਂ ਦੇ ਵੱਲ ਮਹਾਰਾਜ ਜੀ ਤੱਕ ਰਹੇ। ਕਹਿਓ ਕਿ ਉਚਰੈ ਬਚਨ ਬਹੋਰੀ। ਫਿਰ ਮਹਾਰਾਜ ਜੀ ਨੇ ਕਿਹਾ, ਬਚਨ ਉਚਾਰਨ ਕਰਨਾ ਕੀਤਾ। ਹਟ ਜੇ ਪਿਖੈ ਨੈਣ ਇਤ ਲਾਵੈ। ਫਿਰ ਜਦੋਂ ਜਾਂਦੇ ਜਾਂਦੇ ਬਾਬਾ ਲੈਣਾ ਜੀ ਬਾਰ-ਬਾਰ ਮੁੜ-ਮੁੜ ਕਰਕੇ ਜਦੋਂ ਤੱਕਦੇ ਸਨ ਸਤਿਗੁਰੂ ਮਹਾਰਾਜ ਜੀ ਦੇ ਵੱਲ, ਤੇ ਬਾਬਾ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਹਿ ਦਿੱਤਾ ਬਾਬਾ ਲੈਣੇ ਨੂੰ, ਕਹਿੰਦੇ ਬਾਬਾ ਲੈਣਾ ਜੀ ਹੁਣ ਤੁਸੀਂ ਜਾ ਰਹੇ ਹੋ, ਜਿੱਥੇ ਤੁਹਾਡਾ ਮੂੰਹ ਹੈ ਉੱਥੇ ਹੀ ਤੁਸੀਂ ਚੱਲ ਜਾਓ, ਜਿਸ ਦਿਸ਼ਾ ਦੇ ਵੱਲ, ਤੇ ਭੌਂ ਕਰਕੇ ਪਲਟ ਕਰਕੇ ਵੀ ਸਾਨੂੰ ਨਹੀਂ ਦੇਖਣਾ ਹੈ। ਤਾਂ ਤੂੰ ਆਪਣਾ ਕੀਤਾ ਪਾਵੈ। ਜੇ ਤੁਸਾਂ ਨੇ ਪਲਟ ਕਰਕੇ ਵੀ ਵੇਖ ਲਿਆ ਸਾਡੇ ਵੱਲ ਤਾਂ ਤੁਹਾਨੂੰ ਆਪਣੇ ਕੀਤੇ ਦਾ ਪ੍ਰਸ਼ਾਦ ਜਿਹੜਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ, ਭਾਵ ਕਿ ਇਹ ਵੀ ਸਾਡੇ ਹੁਕਮਾਂ ਦੀ ਅਦੂਲੀ ਹੋ ਜਾਵੇਗੀ। ਬਾਬਾ ਲੈਣਾ ਜੀ ਜਾ ਰਹੇ ਸਨ, ਲੇਕਿਨ ਜਾਂਦੇ ਜਾਂਦੇ ਬਾਰ-ਬਾਰ ਭੌਂ ਕਰਕੇ ਪਲਟ ਕਰ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਤੱਕ ਰਹੇ ਸੀ, ਦਰਸ਼ਨ ਕਰ ਰਹੇ। ਤੁਹਾਡਾ ਕੀਤਾ ਕਰਾਇਆ ਸਭ ਵਿਅਰਥ ਹੋ ਜਾਵੇਗਾ। ਠਾਂਡ ਨਾ ਹੋਈਏ ਹਮਰੇ ਨੇਰੇ। ਸਾਡੇ ਲਾਗੇ ਵੀ ਖੜੇ ਨਹੀਂ ਰਹਿਣਾ, ਇੱਥੋਂ ਤੀਰ ਹੋ ਜਾ, ਲਾਂਬੇ ਨਿਕਲ ਜਾਓ। ਭਾਜੇ ਜਾਹੂ ਨਾ ਆਵਹੁ ਫੇਰੇ। ਨਾਲ ਇਹ ਵੀ ਕਹਿ ਦਿੱਤਾ ਕਿ ਹੁਣ ਭੱਜ ਕਰਕੇ ਜਾਓ, ਹੌਲੀ ਹੌਲੀ ਨਹੀਂ ਜਾਣਾ, ਭੱਜ ਕਰਕੇ ਜਾਣਾ। ਤੇ ਅਸੀਂ ਇਹ ਬਚਨ ਕਰ ਰਹੇ ਹਾਂ, ਦੁਬਾਰਾ ਸਾਡੇ ਕੋਲ ਆਉਣ ਦੀ ਜ਼ਰੂਰਤ ਵੀ ਨਹੀਂ ਕਰਨੀ ਚਾਹੀਦੀ ਹੈ, ਸਾਡੇ ਲਾਗੇ ਨਹੀਂ ਆਉਣਾ ਹੈ। ਬਚਨ ਸੁਨਤ ਲਹਿਣਾ ਤਬ ਧਾਇਓ। ਸੁਣ ਕਰਕੇ ਬਾਬਾ ਲੈਣਾ ਜੀ ਜਦੋਂ ਮਹਾਰਾਜ ਜੀ ਨੇ ਕਿਹਾ ਕਿ ਭੱਜ ਕਰਕੇ ਜਾਓ, ਉਸੇ ਵੇਲੇ ਬਾਬਾ ਲੈਣਾ ਜੀ ਨੇ ਦੌੜ ਲਾ ਦਿੱਤੀ ਹੈ। ਪਾਛੇ ਕਉ ਨਹਿ ਨੈਕ ਲਖਾਇ। ਪਹਿਲੇ ਤਾਂ ਬਾਰ-ਬਾਰ ਭੌਂ ਕਰਕੇ ਵੇਖਦੇ ਸਨ, ਲੇਕਿਨ ਮਹਾਰਾਜ ਜੀ ਨੇ ਜਦੋਂ ਕਹਿ ਦਿੱਤਾ ਹੁਣ ਮੁੜ ਕਰਕੇ ਵੀ ਨਹੀਂ ਵੇਖਣਾ, ਤਾਂ ਬਾਬਾ ਲੈਣਾ ਜੀ ਨੇ ਇਹ ਵੀ ਬਚਨ ਸੱਤ ਕਰਕੇ ਮੰਨਣਾ ਕੀਤਾ। ਇਹ ਤੋਂ ਬਾਅਦ ਉਹਨਾਂ ਨੇ ਭੌਂ ਕੇ ਨਹੀਂ ਵੇਖਿਆ ਹੈ। ਰਾਰ ਮਾਹਿ ਜਿਉ ਭਾਜੀ ਸੈਨੰ। ਜਿਸ ਤਰ੍ਹਾਂ ਕਿ ਕਵੀ ਰਾਜ ਪਿਆਰਿਓ ਬੜਾ ਇਹ ਪਿਆਰਾ ਦ੍ਰਿਸ਼ਟਾਂਤ ਦਿੰਦੇ ਹਨ। ਬਲਹਾਰ ਜਾਈਏ ਕਵੀ ਰਾਜ ਜੀ ਤੋਂ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਪਿਆਰਿਓ ਦ੍ਰਿਸ਼ਟਾਂਤ ਜਿਹੜੇ ਚੁਣ ਕਰਕੇ ਲੈ ਕੇ ਆਉਂਦੇ। ਜਿਸ ਤਰ੍ਹਾਂ ਇੱਥੇ ਜਿਹੜਾ ਦ੍ਰਿਸ਼ਟਾਂਤ ਵਰਤਨਾ ਕੀਤਾ ਕਿ ਦੋ ਸੈਨਿਕਾਂ ਦੇ ਵਿੱਚ, ਦੋ ਰਾਜਿਆਂ ਦੇ ਵਿੱਚ ਜਦੋਂ ਲੜਾਈ ਹੋ ਜਾਂਦੀ ਹੈ ਤੇ ਇੱਕ ਪੱਖ ਜਿੱਤ ਜਾਵੇ ਤੇ ਇੱਕ ਪੱਖ ਜਿਹੜਾ ਹਾਰ ਗਿਆ, ਤੇ ਹਾਰਿਆ ਹੋਇਆ ਜਿਹੜਾ ਉਹਨਾਂ ਦੇ ਵਿੱਚੋਂ ਜਿਹੜੇ ਸਿਪਾਹੀ ਸਲਾਰ ਜਿਹੜੇ ਹਨ ਭੱਜਦੇ ਹਨ, ਦੌੜਦੇ ਹਨ, ਕਿਉਂਕਿ ਉਹ ਜਦੋਂ ਦੌੜਦੇ ਮਨ ਵਿੱਚ ਬੜੀ ਚਿੰਤਾ ਹੁੰਦੀ ਹੈ ਕਿ ਮਤਾ ਕੋਈ ਪਿੱਛੋਂ ਕੋਈ ਮੈਨੂੰ ਵਾਰ ਨਾ ਕਰ ਦਵੇ, ਕੋਈ ਮੈਨੂੰ ਮਾਰ ਨਾ ਦਵੇ। ਬਹੁਤ ਚਿੰਤਾਤੁਰ ਹੋ ਕਰਕੇ ਮਨ ਵਿੱਚ ਫਿਕਰ ਵੀ ਹੁੰਦੀ ਹੈ ਕਿ ਮੈਂ ਕਿੱਥੇ ਜਾਵਾਂ, ਕਿ ਕਿਸ ਤਰ੍ਹਾਂ ਆਪਣਾ ਮੈਂ ਬਚਾਅ ਕਰਨਾ ਕਰਾਂ। ਬੜਾ ਪਰੇਸ਼ਾਨ ਹੋ ਕਰਕੇ ਹਾਰਿਆ ਹੋਇਆ ਸਿਪਾਹੀ ਜਿਸ ਤਰ੍ਹਾਂ ਦੌੜਦਾ ਭੱਜਦਾ ਨਾ, ਇਸ ਤਰ੍ਹਾਂ ਬਾਬਾ ਲੈਣਾ ਜੀ ਦੌੜ ਰਹੇ ਹਨ, ਭੱਜ ਰਹੇ ਹਨ। ਸਭ ਕਟ ਗਈ ਅਯੋ ਸੁਧ ਦੈਨੰ। ਜਦੋਂ ਉਹਨੂੰ ਪਤਾ ਆਪਣੀ ਲੋਕਾਂ ਨੂੰ ਖਬਰ, ਰਾਜੇ ਨੂੰ ਖਬਰ ਦੇਣ ਵਾਸਤੇ ਕਿ ਰਾਜਨ ਸਾਰੀ ਫੌਜ ਜਿਹੜੀ ਹੈ ਮਰ ਗਈ ਹੈ, ਤੇ ਉਹ ਕਿਸ ਤਰ੍ਹਾਂ ਕਾੜੀ ਦੇ ਨਾਲ ਪਰੇਸ਼ਾਨ ਹੋ ਕਰਕੇ ਦੌੜਦਾ ਹੈ, ਇਸ ਤਰ੍ਹਾਂ ਬਾਬਾ ਲੈਣਾ ਜੀ ਦੌੜ ਕਰਕੇ ਜਾ ਰਹੇ। ਤਿਉ ਲਹਿਣਾ ਦੌਰੇਪੁਰ ਆਵਾ। ਇਸ ਤਰ੍ਹਾਂ ਹੀ ਦੌੜ ਕਰਕੇ ਬਾਬਾ ਲੈਣਾ ਜੀ, ਕਿਉਂਕਿ ਸਤਿਗੁਰੂ ਮਹਾਰਾਜ ਬਾਰ-ਬਾਰ ਉਜਾੜ ਦੇ ਵਿੱਚ ਬੈਠੇ ਹੋਏ, ਤੇ ਉੱਥੋਂ ਚੱਲ ਕਰਕੇ ਨਗਰ ਕਰਤਾਰਪੁਰ ਦੇ ਵਿੱਚ ਬਾਬਾ ਲੈਣਾ ਜੀ ਆ ਗਏ। ਮਗ ਮਹਿ ਠਾਂਡ ਨਾ ਕਹੂੰ ਰਹਾਵਾ। ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ, ਰਾਸਤੇ ਦੇ ਵਿੱਚ ਖੜਨਾ ਵੀ ਨਹੀਂ ਹੈ, ਦੌੜ ਲਾ ਕਰਕੇ ਭੱਜ ਜਾਓ, ਭੌਂ ਕਰਕੇ ਵੀ ਨਹੀਂ ਵੇਖਣਾ। ਮਹਾਰਾਜ ਜੀ ਦਾ ਬਚਨ ਮੰਨ ਕਰਕੇ ਰਾਸਤੇ ਵਿੱਚ ਖੜਨਾ ਵੀ ਨਹੀਂ ਕੀਤਾ। ਕਿਤਿਕ ਸਿੱਖ ਬੈਠੇ ਪੁਰ ਮਾਹੀ। ਜਦੋਂ ਵਾਪਸ ਨਗਰ ਦੇ ਵਿੱਚ ਆਏ, ਨਗਰ ਦੇ ਵਿੱਚ ਕਈ ਜਿਹੜੇ ਗੁਰੂ ਕੇ ਸਿੱਖ ਸ਼ਰਧਾਵਾਨ ਬਹੁਤ ਪਰੇਸ਼ਾਨ ਬੈਠੇ ਹੋਏ। ਜਿਨ ਕੋ ਮੋਹ ਸਦਨ ਧਨ ਨਾਹੀ। ਜਿਨ੍ਹਾਂ ਦਾ ਆਪਣੇ ਘਰ ਦਾ, ਘਰ ਪਰਿਵਾਰ ਦਾ ਤੇ ਨਾਲ ਮਾਇਆ ਦਾ ਜਿਨ੍ਹਾਂ ਨੂੰ ਲੰਚਕ ਮਾਤਰ ਮੋਹ ਨਹੀਂ ਸੀ, ਇਹੋ ਜਿਹੇ ਨਿਰਮੋਹੀ ਸਿੱਖ, ਇਹੋ ਜਿਹੇ ਮਰ ਜੀਵੜੇ ਸਿੱਖ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਮਹਾਰਾਜ ਜੀ ਦੇ ਚਰਨਾਂ ਦੇ ਉੱਤੋਂ, ਉਹ ਗੁਰੂ ਕੇ ਪਿਆਰੇ ਜਦੋਂ ਬੈਠੇ ਹੋਏ ਹਨ। ਸੋ ਲਹਿਣੇ ਕੇ ਢਿਗ ਚਲ ਆਏ। ਜਦੋਂ ਬਾਬਾ ਲੈਣਾ ਜੀ ਭੱਜ ਕਰਕੇ ਆਏ, ਉਹ ਹਾਂਫਦੇ ਸਨ
ਤੇ ਵੇਖ ਕਰਕੇ ਕਿ ਕੀ ਭਾਣਾ ਵਰਤ ਗਿਆ। ਉਹ ਸਿੱਖ ਦੌੜ ਕਰਕੇ ਬਾਬੇ ਲਹਿਣਾ ਜੀ ਦੇ ਕੋਲ ਆ ਗਏ। ਪੂਛਤ ਕਸ ਤਵ ਹਾਲ ਬਿਹਾਏ। ਆ ਕਰਕੇ ਪੁੱਛਦੇ ਬਾਬਾ ਲਹਿਣਾ ਜੀ ਸਭ ਚੜ੍ਹਦੀ ਕਲਾ ਹੈ, ਸਭ ਠੀਕ ਠਾਕ ਹੈ। ਸ਼ਰਮ ਸ਼ੀਕਰ ਆਨੰਦ ਪਰ ਆਏ। ਕਿਉਂਕਿ ਤੁਸੀਂ ਬਹੁਤ ਥਕੇਵਾਂ ਚੜਿਆ ਹੋਇਆ ਹੈ ਤੇ ਤੁਹਾਡਾ ਸਰੀਰ ਜਿਹੜਾ ਮੁੜਕੋ ਮੁੜਕੀ ਹੋ ਗਿਆ, ਤੁਹਾਡੇ ਚਿਹਰੇ ਦੇ ਉੱਤੇ ਵੀ ਪਸੀਨਾ ਆ ਗਿਆ। ਚੜ੍ਹਿਓ ਸਵਾਸ ਕਿਉਂ ਐਸੇ ਧਾਏ। ਤੁਹਾਡੇ ਸਵਾਸ ਵੀ ਜਿਹੜੇ ਹਨ ਬਹੁਤ ਜ਼ਿਆਦਾ ਚੜ ਗਏ, ਦੂਰੇ ਚੌਰੇ ਹੋ ਗਏ ਹਨ, ਹੌਂਕੇ ਲੈ ਰਹੇ ਹੋ। ਇਸ ਤਰ੍ਹਾਂ ਕੀ ਕਾਰਨ ਹੋਇਆ, ਕੀ ਭਾਣਾ ਵਰਤ ਗਿਆ ਜੋ ਆਪ ਜੀ ਨੂੰ ਦੌੜ ਲਾ ਕਰਕੇ ਭੱਜ ਕਰਕੇ ਵਾਪਸ ਆਣਾ ਪਿਆ। ਕਿਉਂਕਿ ਪਿਆਰਿਓ, ਬੰਦਾ ਜਦੋਂ ਪਰੇਸ਼ਾਨ ਹੋਵੇ, ਕੋਈ ਖਤਰਾ ਜਦੋਂ ਮਹਿਸੂਸ ਹੋਵੇ, ਤਾਂ ਉਹ ਕੀ ਪਰੇਸ਼ਾਨੀ ਦੇ ਵਿੱਚ ਤਾਂ ਨਹੀਂ ਆ ਗਏ ਬਾਬਾ ਲਹਿਣਾ ਜੀ ਜਾਂ ਸਤਿਗੁਰੂ ਮਹਾਰਾਜ। ਇਸ ਕਰਕੇ ਸਿੱਖਾਂ ਨੇ ਪੁੱਛਣਾ ਕੀਤਾ ਕਿ ਤੁਸੀਂ ਇੰਜ ਭੱਜ ਕਰਕੇ ਕਿਉਂ ਆ ਰਹੇ ਹੋ। ਤੀਜੈ ਸੁਧ ਸ੍ਰੀ ਗੁਰ ਕੀ ਜੈ। ਸਤਿਗੁਰੂ ਮਹਾਰਾਜ ਜੀ ਦੀ ਖਬਰਸਾਰ ਸਾਨੂੰ ਦੱਸਣਾ ਕਰੋ, ਮਹਾਰਾਜ ਜੀ ਦਾ ਕੀ ਹਾਲ ਚਾਲ ਹੈ। ਤੁਝ ਸੂ ਵਰਤੀ ਕਹੀਐ ਕੈਸੀ। ਤੁਹਾਡੇ ਨਾਲ ਕੀ ਪਾਣਾ ਵਰਤਿਆ ਬਾਬਾ ਲਹਿਣਾ ਜੀ, ਤੁਸੀਂ ਆਪਣੇ ਬਾਬਤ ਵੀ ਦੱਸਣਾ ਕਰੋ। ਸੁਨ ਲਹਿਣੇ ਸਭ ਸਿੱਖ ਬਿਠਾਰੇ। ਸੁਣ ਕਰਕੇ ਬਾਬਾ ਲਹਿਣਾ ਜੀ ਨੇ ਫਿਰ ਠੰਡੇ ਹੌਂਕੇ ਲੈਣੇ ਕੀਤੇ। ਸਿੱਖਾਂ ਨੂੰ ਕਿਹਾ, ਸਿੱਖੋ ਤੁਸੀਂ ਚੰਗੀ ਤਰ੍ਹਾਂ ਬਹਿ ਜਾਓ। ਹਿਤ ਸੂ ਤਿਨਕੇ ਚਰਨ ਪਖਾਰੇ। ਹਿਤ ਦੇ ਨਾਲ ਸਿੱਖਾਂ ਨੇ ਵੀ ਬਾਬਾ ਲਹਿਣਾ ਜੀ ਨੂੰ ਬਿਠਾ ਕਰਕੇ ਉਹਨਾਂ ਦੇ ਚਰਨ ਪਖਾਰ ਕਰਨੇ ਕੀਤੇ, ਮੁੱਠੀ ਚਾਂਪੀ ਕੀਤੀ ਹੈ। ਲਗਿਓ ਸਮੋਧ ਕਰਨ ਗਤਵਾਨੀ। ਸਾਰੇ ਜਿਹੜੇ ਹਨ ਗਤਵਾਨੀ, ਮੁਕਤੀ ਦਾਤੇ ਸਤਿਗੁਰੂ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸਮੋਧ ਕਰ ਰਹੇ, ਉਹਨਾਂ ਨੂੰ ਸ਼ਾਂਤ ਕਰਵਾ ਰਹੇ ਹਨ। ਕੋਈ ਗੱਲ ਨਹੀਂ ਹੈ ਬਾਬਾ ਲਹਿਣਾ ਜੀ, ਕਿਉਂਕਿ ਹੌਂਕੇ ਲੈ ਰਹੇ ਸਨ, ਸਵਾਸ ਚੜ ਗਏ ਸਨ। ਉਹਨਾਂ ਨੂੰ ਬਿਠਾ ਕਰਕੇ ਕੋਈ ਪੱਖਾ ਚੱਲ ਰਿਹਾ, ਕੋਈ ਪਾਣੀ ਲਿਆ ਕਰਕੇ ਛਕਾ ਰਿਹਾ। ਮ੍ਰਿਦੁਲ ਮਧੁਰ ਕਹਿ ਸੀਤਲ ਬਾਨੀ। ਜਦੋਂ ਬਾਬਾ ਲਹਿਣਾ ਜੀ ਨੂੰ ਕਿਹਾ ਗਿਆ ਤੇ ਬਾਬਾ ਲਹਿਣਾ ਜੀ ਨੇ ਬਹੁਤ ਮਧੁਰ ਤੇ ਬੜੀ ਮ੍ਰਿਦੁਲ ਕੋਮਲ ਬਾਣੀ ਉਚਾਰਨ ਕਰਨੀ ਕੀਤੀ, ਬਚਨ ਕਰਨਾ ਕੀਤਾ। ਦੋਹਰਾ ਕਲੀ ਕਾਲ ਨਰ ਤਾਰ ਬੇ ਰੂਪ ਧਰਾ ਕਰਤਾਰ। ਕਹਿੰਦੇ ਕਿ ਵੇ ਗੁਰੂ ਕੇ ਸਿੱਖੋ, ਗੁਰੂ ਕੇ ਪਿਆਰਿਓ, ਇਹ ਕਲੀ ਕਾਲ ਜਿਹੜਾ ਹੈ, ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਲੋਕਾਂ ਦਾ ਉਧਾਰ ਕਰਨ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਆ। ਜਹ ਸਿੱਖੈ ਸੰਘਰਿਆ ਤਤ ਹਰ ਚਰਨ ਮਿਲਾਇਆ। ਭਾਵ ਕੇ ਸਤਿਗੁਰੂ ਆਪ ਪ੍ਰਮਾਤਮਾ, ਆਪ ਕਰਤਾਰ ਪ੍ਰਮਾਤਮਾ ਨੇ ਕਲਯੁਗੀ ਜੀਆਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ ਆਪਣਾ ਅਵਤਾਰ ਧਾਰਨ ਕਰਨਾ ਕੀਤਾ। ਨਹਿ ਮਾਨੁਖ ਸਮਝਾਨ ਕੈ ਭਰਮ ਹਿਰਦੇ ਮਝਾਰ। ਸਤਿਗੁਰੂ ਮਹਾਰਾਜ ਜੀ ਨੂੰ ਆਮ ਮਨੁੱਖ ਜਾਣ ਕਰਕੇ, ਆਮ ਇਨਸਾਨ ਜਾਣ ਕਰਕੇ ਸਾਨੂੰ ਭਰਮਿਤ ਨਹੀਂ ਹੋਣਾ ਚਾਹੀਦਾ ਹੈ। ਕਿਉਂਕਿ ਇਸ ਤਰ੍ਹਾਂ ਦੇ ਕੌਤਕ ਵੇਖ ਕਰਕੇ ਪਿਆਰਿਓ ਕਈ ਲੋਕ ਵਿਚਲਿਤ ਹੋ ਗਏ, ਬਹੁਤ ਜ਼ਿਆਦਾ ਭਰਮਿਤ ਹੋ ਗਏ। ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ ਨਾ, ਅੱਜ ਬੇਸ਼ੱਕ ਪਿਆਰਿਓ ਅੱਜ ਸਤਿਗੁਰੂ ਮਹਾਰਾਜ ਜੀ, ਕਿਉਂਕਿ ਕਥਾ ਜਿਹੜੀ ਹੈ, ਕਹਾਣੀਆਂ ਸੁਣ ਲੈਣੀਆਂ, ਸਾਖੀਆਂ ਸੁਣ ਲੈਣੀਆਂ, ਤਾਂ ਇਹ ਗੱਲ ਪਿਆਰਿਓ ਬਹੁਤ ਵੱਖਰੀ ਗੱਲ ਹੁੰਦੀ ਹੈ। ਲੇਕਿਨ ਜਦੋਂ ਪ੍ਰੈਕਟੀਕਲੀ ਆਪਾਂ ਜੀਵਨ ਜੀਉਂਦੇ ਹਾਂ ਤਾਂ ਪਿਆਰਿਓ ਉਸ ਵੇਲੇ ਕਸੌਟੀ, ਉਸ ਵੇਲੇ ਬੰਦੇ ਦੀ ਸੱਚ ਪਰਖ ਹੁੰਦੀ ਹੈ। ਉਹ ਕਸੌਟੀ ਤੇ ਕੱਸਿਆ ਹੋਇਆ, ਉਹ ਕਸੌਟੀ ਤੇ ਕੱਸਿਆ ਜਾਂਦਾ ਹੈ। ਹੁਣ ਆਪਾਂ ਬੈਠ ਕਰਕੇ ਵਿਚਾਰ ਕਰ ਰਹੇ ਹਾਂ, ਸਾਨੂੰ ਵੀ ਲੱਗਦਾ ਹੋਵੇਗਾ ਲਓ ਭਾਈ ਲੋਕ ਜਿਹੜੇ ਬੜੇ ਨਾ ਸਮਝ ਹਨ, ਬੜੇ ਨਾਦਾਨ ਹਨ, ਮਹਾਰਾਜ ਜੀ ਦਾ ਸਾਥ ਛੱਡ ਦਿੱਤਾ, ਮਹਾਰਾਜ ਜੀ ਨੂੰ ਕੋਈ ਪਾਗਲ ਬੋਲ ਰਿਹਾ, ਕੋਈ ਝੱਲਾ ਬੋਲ ਰਿਹਾ, ਕੋਈ ਕੀ ਬੋਲ ਰਿਹਾ, ਕੋਈ ਕੁਛ ਬੋਲ ਰਿਹਾ। ਪਿਆਰਿਓ ਉਹ ਤਾਂ ਇੱਕ ਠੁਣਕਾ ਵੱਜਣ ਕਰਕੇ ਉਹ ਦੌੜ ਗਏ। ਲੇਕਿਨ ਤੁਸੀਂ ਆਪਣੇ ਬਾਬਤ, ਅਸੀਂ ਆਪਣੇ ਬਾਬਤ ਜੇ ਵਿਚਾਰ ਕਰਨਾ ਕਰੀਏ, ਜੇ ਪਿਆਰਿਓ ਇਹ ਪ੍ਰੈਕਟੀਕਲੀ ਇਹ ਕੌਤਕ ਜਿਹੜਾ ਜੇ ਸਾਡੇ ਨਾਲ ਵੀ ਘਟਦਾ ਤੇ ਆਪਾਂ ਨੇ ਤਾਂ ਸਭ ਤੋਂ ਪਹਿਲੇ ਦੌੜ ਜਾਣਾ ਸੀ, ਸਭ ਤੋਂ ਪਹਿਲੇ ਆਪਾਂ ਨੇ ਭੱਜ ਜਾਣਾ ਸੀ। ਧੰਨ ਹੈ ਪਿਆਰਿਓ ਉਹ ਗੁਰੂ ਕੇ ਸਿੱਖ। ਅੱਜ ਆਪਾਂ ਵਿਚਾਰ ਕਰਦੇ ਹਾਂ ਤੇ ਕਹਿ ਦਿੰਦੇ ਕਿ ਜੀ ਦੌੜ ਗਏ ਜੀ, ਭੱਜ ਗਏ। ਲੇਕਿਨ ਪਿਆਰਿਓ ਤੇ ਉਹ ਵੀ ਫਿਰ ਵੀ ਜਿਹੜੇ ਦੌੜ ਗਏ, ਭੱਜ ਗਏ, ਉਹ ਵੀ ਧਨਤਾ ਦੇ ਯੋਗ ਇੰਨੀ ਕਸੌਟੀ ਦੇ ਬਾਅਦ ਉਹ ਭੱਜ ਗਏ।
ਲੇਕਿਨ ਜੇ ਸਾਡੇ ਵਰਗਾ ਕੋਈ ਹੁੰਦਾ ਕੱਚਾ ਪਿੱਲਾ ਤੇ ਉਹਨੇ ਤਾਂ ਤੁਰੰਤ ਹੀ ਨਿਕਲ ਜਾਣਾ ਸੀ, ਭੱਜ ਜਾਣਾ ਸੀ। ਕਿਉਂਕਿ ਕਿਹੜਾ ਝੱਲੇ ਗੁਰੂ ਕੀ ਝਾਲਾ, ਸਤਿਗੁਰੂ ਮਹਾਰਾਜ ਜੀ ਦੀ ਝਾਲ ਨੂੰ ਝੱਲਣਾ ਪਿਆਰਿਓ ਬਹੁਤ ਜ਼ਿਆਦਾ ਕਠਿਨ ਹੁੰਦਾ ਹੈ। ਬਾਅਦ ਵਿੱਚ ਵਿਚਾਰ ਕਰਨ ਲੱਗਿਆਂ ਤੇ ਆਪਾਂ ਕਹਿ ਦਿੰਦੇ ਹਾਂ ਜੀ ਲਓ ਜੀ ਨਾ ਸਮਝ ਲੋਕ ਸੀ, ਲੇਕਿਨ ਪਿਆਰਿਓ ਲੇਕਿਨ ਜੇ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਭਾਣਾ ਵਰਤਦਾ ਤੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੀ ਟਿਕਿਆ ਜਾਂਦਾ। ਕੋਈ ਆਖੈ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਕਾ ਨਾਨਕ ਬੌਰਾਨਾ, ਹਾਂ ਹਰ ਬਿਨ ਅਵਰ ਨਾ ਜਾਣਾ। ਭਾਵ ਕਿ ਕਿਸੇ ਨੇ ਕਿਹਾ ਕਿ ਕੋਈ ਕਹਿੰਦਾ ਜੀ ਇਹ ਭੂਤਨਾ ਹੈ ਜੀ, ਭੂਤ ਹੈ ਇਹਦੇ ਅੰਦਰ। ਕੋਈ ਕਹਿੰਦਾ ਜੀ ਇਹਦੇ ਅੰਦਰ ਜਿੰਨ ਬੋਲਦਾ, ਗੁਰੂ ਨਾਨਕ ਦੇਵ ਦੇ ਅੰਦਰ ਜਿੰਨ ਬੋਲਦਾ, ਇਹ ਜਿੰਨ ਹੈ ਕਰਕੇ। ਕੋਈ ਕਹਿੰਦਾ ਜੀ ਕਿ ਇਹ ਤਾਂ ਦੀਵਾਨਾ ਹੈ ਜੀ, ਮਸਤਾਨਾ ਹੈ, ਇਹ ਤਾਂ ਪਾਗਲ ਹੈ, ਝੱਲਾ ਹੈ ਕਰਕੇ। ਤੇ ਕਿਸੇ ਨੇ ਕਹਿ ਦਿੱਤਾ ਕਿ ਨਹੀਂ ਭਾਈ ਐਵੇਂ ਤੁਸੀਂ ਬਹੁਤ ਬੜਾ ਚੜਾ ਕਰਕੇ ਕਹਿੰਦੇ, ਆਮ ਜਿਸ ਤਰ੍ਹਾਂ ਮਨੁੱਖ ਹੈ ਬਾਬਾ ਨਾਨਕ ਦੇਵ ਜੀ ਵੀ ਉਹੋ ਜਿਹੇ ਮਨੁੱਖ ਹਨ। ਇਸ ਤਰ੍ਹਾਂ 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 ਦੇ ਲੋਕਾਂ ਨੇ ਪਿਆਰਿਓ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕੀਤੀਆਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਲੈਣਾ ਜੀ ਲੋਕਾਂ ਨੂੰ ਸਮਝਾ ਰਹੇ ਹਨ ਕਿ ਭਾਈ ਆਮ ਇਨਸਾਨ ਜਾਣ ਕਰਕੇ ਇਹ ਭਰਮਿਤ ਨਾ ਹੋਣਾ ਕਰੋ, ਕਿਉਂਕਿ ਇਹ ਤਿਰ ਭਾਵਨ ਦੇ ਕਰਤਾ ਧਰਤਾ ਹਨ। ਚੌਪਈ ਸ਼੍ਰੀ ਪਰਮੇਸ਼ਰ ਕੋ ਅਵਤਾਰਾ, ਸ਼੍ਰੀ ਪਰਮੇਸ਼ਰ ਦੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਅਵਤਾਰੀ ਪੁਰਸ਼ ਹਨ। ਅਪਰ ਨਾ ਲਖ ਹੋ ਸੋ ਮੋਖ ਉਦਾਰਾ, ਇਹਨਾਂ ਦੇ ਵਰਗਾ ਮੁਕਤੀ ਦਾਤਾ ਜਿਹੜਾ ਹੈ ਦੂਜਾ ਨਹੀਂ ਜਾਣਨਾ ਚਾਹੀਦਾ। ਭਾਵ ਕਿ ਸਤਿਗੁਰੂ ਮਹਾਰਾਜ ਮੁਕਤੀ ਦਾਤੇ ਹਨ। ਸਰਬ ਨਰਨ ਕੇ ਪਰਖਨ ਹੈ, ਇਹ ਤਾਂ ਸਾਰੇ ਲੋਕਾਂ ਦੀ ਪਰਖ ਕਰਨ ਵਾਸਤੇ ਸਤਿਗੁਰੂ ਮਹਾਰਾਜ ਇਹ ਕੌਤਕ ਕਰ ਰਹੇ ਹਨ, ਇਹ ਪਰਚਾ ਪਾ ਰਹੇ ਹਨ। ਛਟਿਓ ਸਾਂਗ ਬੇਦੀ ਕੁਲਕੇਤਾ, ਬੇਦੀ ਕੁਲਕੇਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਸਵਾਂਗ ਜਿਹੜਾ ਇਹ ਰਚਨਾ ਕੀਤਾ। ਇਹ ਸਵਾਂਗ ਆਪਣੇ ਵਾਸਤੇ ਨਹੀਂ ਰਚਿਆ, ਇਹ ਤਾਂ ਪਰਖ ਕਰਨ ਵਾਸਤੇ, ਸਿੱਖਾਂ ਦੀ ਪਰਖ ਲੈਣ ਵਾਸਤੇ, ਇਹ ਕਸੌਟੀ ਦੇ ਉੱਤੇ ਕੱਸਣ ਦੇ ਵਾਸਤੇ। ਜਿਸ ਤਰ੍ਹਾਂ ਕਿ ਪਿਆਰਿਓ ਜਿਹੜਾ ਸੁਨਿਆਰਾ ਹੁੰਦਾ ਨਾ, ਉਹ ਕੀ ਕਰਦਾ ਕਦੇ ਆਪ ਜੀ ਵੇਖੋ ਕਿ ਜਦੋਂ ਕੱਚਾ ਸੋਨਾ ਆ ਜਾਵੇ ਤੇ ਉਹ ਫਿਰ ਕੱਚੇ ਸੋਨੇ ਨੂੰ ਕੁਠਾੜੀ ਦੇ ਵਿੱਚ ਪਾ ਕਰਕੇ ਬਹੁਤ ਜ਼ਿਆਦਾ ਪਿਆਰਿਓ ਉਹ ਤਾ ਦਿੰਦਾ। ਤੇ ਜ਼ਿਆਦਾ ਕਰਕੇ ਤਾਂ ਸਿਆਣੇ ਕਹਿੰਦੇ ਜੀ 24 ਵਾਰ ਉਹਨੂੰ ਤਾ ਦਿੱਤਾ ਜਾਂਦਾ, ਅੱਗ ਦਾ ਸੇਕ ਦਿੱਤਾ ਜਾਂਦਾ। ਸੋਨਾ ਜਿਹੜਾ ਇੰਨਾ ਤਾ ਦਿੰਦੇ ਹਨ, ਤਪਾ ਦਿੰਦੇ ਹਨ, ਉਹ ਪਾਣੀ ਦਾ ਰੂਪ ਬਣ ਜਾਂਦਾ। ਲੇਕਿਨ ਜਦੋਂ ਉਹਨੂੰ ਤਪਾਇਆ ਜਾਂਦਾ, ਬਾਰ-ਬਾਰ ਉਹਨੂੰ ਤਪਾ ਕਰਕੇ ਉਹਦੇ ਅੰਦਰ ਦੀ ਮੈਲ ਜਿਹੜੀ ਹੈ ਨਿਕਲ ਜਾਂਦੀ ਹੈ। ਤੇ ਸੋਨਾ ਜਦੋਂ ਕੱਚਾ ਹੋਵੇ ਤੇ ਬੜਾ ਹਲਦਾ ਹੈ। ਤੇ ਇੱਕ ਵਾਰੀ ਜਦੋਂ ਸੋਨਾ ਟਿਕ ਜਾਵੇ, ਬਿਲਕੁਲ ਕੁਠਾੜੀ ਦੇ ਵਿੱਚ ਨਾ ਹਲੇ, ਤੇ ਫਿਰ ਸੁਨਿਆਰਾ ਉਹਨੂੰ ਪਤਾ ਲੱਗ ਜਾਂਦਾ ਕਿ ਭਾਈ ਆਹ ਜਿਹੜਾ ਸੋਨਾ ਜਿਹੜਾ ਹੈ ਇਹ ਹੁਣ ਖਰਾ ਹੋ ਗਿਆ, ਇਹ ਹੁਣ ਪੂਰਾ 24 ਕੈਰਟ ਦਾ ਸੋਨਾ ਬਣ ਗਿਆ। ਫਿਰ ਉਹਨੂੰ ਨਹੀਂ ਤਪਾਇਆ ਜਾਂਦਾ, ਫਿਰ ਉਹਨੂੰ ਰੱਖ ਕਰਕੇ ਫਿਰ ਬਾਅਦ ਦੇ ਵਿੱਚ ਪਿਆਰਿਓ ਕੋਈ ਆਵੇ ਨਾ ਗ੍ਰਾਹਕ, ਫਿਰ ਕਸੌਟੀ ਦੇ ਉੱਤੇ ਕੱਸਿਆ ਜਾਂਦਾ। ਜਿਹੜਾ ਕਸੌਟੀ ਦੇ ਉੱਤੇ ਪੂਰਾ ਉਤਰ ਜਾਵੇ ਤੇ ਫਿਰ ਉਹਦਾ ਪੂਰਾ ਉਹ ਮੁੱਲ ਉਤਾਰਦਾ ਕਿ ਹਾਂ ਭਈ ਇਹ 24 ਕੈਰਟ ਦਾ ਸੋਨਾ ਹੈ, ਮੈਂ ਇੰਨੀ ਮਾਇਆ ਇਹਦੇ ਬੱਟੇ ਤੈਨੂੰ ਦਵਾਂਗਾ। ਜੇ ਕੱਚਾ ਸੋਨਾ ਹੋਵੇ ਤੇ ਉਹਨੂੰ ਫਿਰ ਲੋਕੀ ਪਾਸੇ ਕਰ ਦਿੰਦੇ ਹਨ, ਉਨਾ ਉਹਦਾ ਮੁੱਲ ਨਹੀਂ ਪੈਂਦਾ। ਆਮ ਵੀ ਪਿਆਰਿਓ ਜਦੋਂ ਆਪਾਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਦੋਂ ਪੜ੍ਹਦੇ, ਉਸ ਵੇਲੇ ਵੀ ਮਾਸਟਰ ਕੀ ਕਰਦਾ, ਉਹ ਸਾਨੂੰ ਪਾਠ ਪੜ੍ਹਾਉਂਦਾ, ਉਹ ਸਾਨੂੰ ਸਿੱਖਿਆ ਦਿੰਦਾ। ਤੇ ਫਿਰ ਮਾਸਟਰ ਨੂੰ ਸਕੂਲ ਦੇ ਜਿਹੜੇ ਕਰਮਚਾਰੀ ਹੁੰਦੇ, ਉਹ ਫਿਰ ਪਤਾ ਲਾਉਣ ਦੇ ਵਾਸਤੇ ਕਿ ਭਾਈ ਸਿੱਖਿਆ ਤਾਂ ਅਸਾਂ ਨੇ ਦੇ ਦਿੱਤੀ ਹੈ, ਪਾਠ ਤਾਂ ਇਹਨਾਂ ਬੱਚਿਆਂ ਨੂੰ ਬਥੇਰਾ ਪੜਾਉਣਾ ਕੀਤਾ, ਲੇਕਿਨ ਇਹਦੇ ਵਿੱਚ ਪਾਸ ਕੌਣ ਹੋਵੇਗਾ। ਤੇ ਫਿਰ ਪਾਸ ਕਰਨ ਦੇ ਵਾਸਤੇ ਉਹ ਪਰਚਾ ਪਾਉਂਦੇ ਹਨ, ਪੇਪਰ ਪਾਉਂਦੇ ਹਨ, ਉਹਦੇ ਵਿੱਚ ਪ੍ਰਸ਼ਨ ਪਾਏ ਜਾਂਦੇ। ਤੇ ਜਿਹੜਾ ਪਿਆਰਿਓ ਉਹਨਾਂ ਪ੍ਰਸ਼ਨਾਂ ਦਾ ਹੱਲ ਕੱਢ ਦਿੰਦਾ, ਉਹ ਕਸੌਟੀ ਦੇ ਉੱਤੇ ਪੂਰਾ ਉਤਰ ਜਾਂਦਾ। ਪਰਚਿਆਂ ਦੇ ਵਿੱਚ ਜਿਹੜਾ ਪਾਸ ਹੋ ਜਾਂਦਾ ਉਹਦੀ ਕਦਰ ਹੁੰਦੀ ਹੈ। ਜਿਹੜਾ ਸਭ ਤੋਂ ਜ਼ਿਆਦਾ ਨੰਬਰ ਲੈ ਕਰਕੇ ਪਾਸ ਹੁੰਦਾ ਉਹਨੂੰ ਅਵਲ ਦਰਜਾ ਪ੍ਰਾਪਤ ਹੁੰਦਾ। ਜਿਹੜੇ ਕੱਚੇ ਪਿੱਲੇ ਜਿਹੜੇ ਹਨ ਫੇਲ ਹੋ ਜਾਂਦੇ, ਉਹਨੂੰ ਫਿਰ ਪਿੱਛੇ ਕਰ ਦਿੱਤਾ ਜਾਂਦਾ। ਜਿਹੜੇ ਪਾਸ ਹੋ ਜਾਂਦੇ ਉਹਨੂੰ ਅਗਲੀ ਕਲਾਸ ਦੇ ਵਿੱਚ ਪਾ ਦਿੱਤਾ ਜਾਂਦਾ, ਉਹ ਅੱਗੇ ਵੱਧ ਜਾਂਦੇ ਹਨ।
ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਬਾਬਾ ਲਹਿਣਾ ਜੀ ਕਹਿਣ ਲੱਗੇ, ਸਤਿਗੁਰੂ ਮਹਾਰਾਜ ਸਿੱਖਾਂ ਦੀ ਪਰਖ ਕਰਨ ਦੇ ਵਾਸਤੇ ਇਹ ਕਸੌਟੀ ਕੱਸ ਰਹੇ ਹਨ। ਇਹ ਚੋਜ ਮਹਾਰਾਜ ਜੀ ਕੀਤਾ ਹੈ। ਚਾਹੇ ਰਾਖੇ ਭਾਵੇਂ ਮਾਰੀ, ਚਾਹੇ ਸਤਿਗੁਰੂ ਮਹਾਰਾਜ ਸਾਨੂੰ ਰੱਖ ਲੈਣ, ਭਾਵੇਂ ਸਤਿਗੁਰੂ ਮਹਾਰਾਜ ਸਾਨੂੰ ਮਾਰ ਦੇਣ, ਲੇਕਿਨ ਸਿੱਖੋ ਬਾਬਾ ਲਹਿਣਾ ਜੀ ਸਿੱਖਾਂ ਨੂੰ ਸਮਝਾਉਂਦੇ ਹਨ, ਸਤਿਗੁਰੂ ਮਹਾਰਾਜ ਜੀ ਦਾ ਸਾਥ ਨਹੀਂ ਛੱਡਣਾ ਚਾਹੀਦਾ। ਜਿਨ ਕੋ ਦੇ ਚੁਕੇ ਸਰਬੰਸ, ਜਿਨ੍ਹਾਂ ਨੂੰ ਆਪਾਂ ਨੇ ਆਪਣਾ ਸਰਬੰਸ ਵਾਰ ਦਿੱਤਾ, ਤਨ ਮਨ ਧਨ ਸਭ ਦੇ ਦਿੱਤਾ, ਪੁਨ ਤਿਨਕੇ ਕ੍ਰਿਤ ਮੈਂ ਕਿਆ ਸੰਸਾ, ਫਿਰ ਉਹਨਾਂ ਦੇ ਕਿਰਤ ਦੇ ਵਿੱਚ ਕੀ ਸ਼ੰਕਾ ਕਰਨੀ ਚਾਹੀਦੀ ਹੈ, ਸ਼ੰਕਾ ਨਹੀਂ ਕਰਨੀ ਚਾਹੀਦੀ ਹੈ। ਭਾਵ ਕਿ ਜੇ ਸ਼ੰਕਾ ਹੀ ਕਰਨੀ ਸੀ ਤਾਂ ਫਿਰ ਆਪਣਾ ਤਨ ਮਨ ਧਨ ਜਿਹੜਾ ਨਹੀਂ ਦੇਣਾ ਚਾਹੀਦਾ। ਇੱਕ ਵਾਰੀ ਜਦੋਂ ਆਪਣਾ ਸਭ ਕੁਝ ਆਪਾਂ ਨੇ ਵਾਰ ਦਿੱਤਾ, ਦੇ ਦਿੱਤਾ, ਫਿਰ ਉਹਨਾਂ ਦੀ ਕਿਰਤ ਦੇ ਵਿੱਚ ਕਦੇ ਸ਼ੰਕਾ ਨਹੀਂ ਕਰਨਾ ਚਾਹੀਦਾ। ਅਬ ਜੇ ਸ੍ਰੀ ਗੁਰ ਇਤ ਦਿਸ਼ਾ, ਬਾਬਾ ਲਹਿਣਾ ਜੀ ਸਿੱਖਾਂ ਨੂੰ ਸਮਝਾਉਂਦੇ ਹਨ, ਮੈਨੂੰ ਪੱਕਾ ਯਕੀਨ ਹੈ ਕਿ ਸਤਿਗੁਰੂ ਮਹਾਰਾਜ ਵਾਪਸ ਸਾਡੇ ਕੋਲ ਆਉਣਗੇ ਪਰਖ ਕਰਨ ਵਾਸਤੇ। ਇਸ ਕਰਕੇ ਸਿੱਖੋ ਤੁਸੀਂ ਯਾਦ ਰੱਖੋ, ਔਰ ਸਾਂਗ ਕਰਕੇ ਦਿਖਰਾਵੇ। ਇਹ ਤਾਂ ਸਵਾਂਗ ਮਹਾਰਾਜ ਜੀ ਨੇ ਤਰ੍ਹਾਂ ਤਰ੍ਹਾਂ ਦੇ ਇਹ ਸਵਾਂਗ ਵਰਤਨੇ ਕੀਤੇ। ਕਦੇ ਕਿਹਾ ਕਿ ਕੋਈ ਨਾਮ ਨਹੀਂ, ਕੋਈ ਕੀਰਤਨ ਨਹੀਂ ਕਰਨਾ, ਬਾਣੀ ਨਹੀਂ ਪੜ੍ਹਨੀ, ਜਾਓ ਭਈ ਖੇਤਾਂ ਵਿੱਚ ਕੰਮ ਕਰ ਲਿਓ। ਕਦੇ ਮਹਾਰਾਜ ਜੀ ਨੇ ਇਹ ਵੀ ਸਵਾਂਗ ਵਰਤਾ ਦਿੱਤਾ ਕਿ ਦਿਨ ਵਿੱਚ ਇੱਕ ਪੈਰ ਦਾ ਪ੍ਰਸ਼ਾਦਾ ਛਕਣਾ। ਫਿਰ ਇਹ ਸੌਂਗ ਔਰ ਜਿਹੜਾ ਵਧਾ ਦਿੱਤਾ ਕਿ 2 ਦਿਨਾਂ ਪਿੱਛੇ ਪ੍ਰਸ਼ਾਦਾ ਪ੍ਰਾਪਤ ਹੋਵੇਗਾ, ਪ੍ਰਸ਼ਾਦਾ ਛਕਣਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਖੇਤੀ ਪੱਕੀ ਹੋਈ ਨੂੰ ਸਾੜਨ ਦਾ ਹੁਕਮ ਕਰ ਦਿੱਤਾ। ਫਿਰ ਧਾਨਖ ਦਾ ਰੂਪ ਧਾਰਨ ਕਰਨਾ ਕੀਤਾ। ਤੇ ਲੱਗਦਾ ਬਾਬਾ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਜੀ ਦਾ ਇਹ ਸਵਾਂਗ ਖਤਮ ਨਹੀਂ ਹੋਇਆ, ਅਜੇ ਔਰ ਪਰਚੇ ਪੈਣਗੇ ਔਰ ਪੇਪਰ ਸਾਨੂੰ ਦੇਣਾ ਪਵੇਗਾ। ਇਸ ਕਰਕੇ ਲੱਗਦਾ ਮਹਾਰਾਜ ਜੀ ਫਿਰ ਜਦੋਂ ਮੁੜ ਕਰਕੇ ਆਉਣਗੇ, ਸਾਨੂੰ ਭਰਮਿਤ ਨਹੀਂ ਹੋਣਾ ਚਾਹੀਦਾ, ਮਹਾਰਾਜ ਜੀ ਦਾ ਸਾਥ ਨਹੀਂ ਛੱਡਣਾ ਚਾਹੀਦਾ। ਭਰਮ ਹੁੰਦਾ ਹੈ ਕੈਸੇ ਵਿਦ ਹੋ, ਜਿਸ ਤਰ੍ਹਾਂ ਦੀ ਵੀ ਹੋ ਜਾਵੇ, ਕੋਈ ਵੀ ਵਿਦ ਬਣ ਜਾਵੇ, ਲੇਕਿਨ ਸਾਨੂੰ ਭਰਮਿਤ ਨਹੀਂ ਹੋਣਾ ਚਾਹੀਦਾ। ਸੀਸ ਜਾਏ ਜਾਵਨ ਦੇਹ ਸੋ, ਜੇ ਸਾਡਾ ਸੀਸ ਵੀ ਲੱਗ ਜਾਵੇ ਤਾਂ ਹੱਸਦੇ ਹੱਸਦੇ ਸਤਿਗੁਰੂ ਮਹਾਰਾਜ ਜੀ ਦੇ ਪ੍ਰਤੀ ਸਾਨੂੰ ਆਪਣਾ ਸੀਸ ਵਾਰ ਦੇਣਾ ਚਾਹੀਦਾ ਹੈ। ਭਈ ਆਦਤੇ ਪਰਖਨ ਰੀਤੀ, ਬਾਬਾ ਲਹਿਣਾ ਜੀ ਸਿੱਖਾਂ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਸਿੱਖੋ, ਇਹ ਰੀਤ ਜਿਹੜੀ ਹੈ ਅੱਜ ਕੱਲ ਦੀ ਰੀਤ ਨਹੀਂ ਹੈ ਕਿ ਭਾਈ ਕਿਸੇ ਗੁਰੂ ਨੇ ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ ਪਰਖ ਨਾ ਕੀਤਾ। ਇਹ ਤਾਂ ਰੀਤ, ਇਹ ਮਰਿਆਦਾ ਆਦਿ ਕਾਲ ਤੋਂ ਚਲੀ ਆ ਰਹੀ ਹੈ। ਸ੍ਰੀ ਗੁਰ ਇਹ ਕੁਛ ਨਈ ਨਾ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਕੋਈ ਇਹ ਨਵੀਂ ਮਰਿਆਦਾ ਨਹੀਂ ਤੋਰੀ ਹੈ। ਆਪਾਂ ਕਥਾ ਦੇ ਵਿੱਚ, ਪੁਰਾਣਾ ਦੇ ਵਿੱਚ ਪੜ੍ਹਦੇ ਹਾਂ, ਆਦਿ ਕਾਲ ਤੋਂ ਇਹ ਮਰਿਆਦਾ ਜਿਹੜੀ ਹੈ। ਤੇ ਜਦੋਂ ਵੀ ਗੁਰੂ ਜਿਹੜਾ ਹੈ ਉਹ ਵੇਖਣਾ ਚਾਹੁੰਦਾ ਕਿ ਭਾਈ ਮੇਰੇ ਸੇਵਕਾਂ ਦੇ ਵਿੱਚੋਂ ਕਿਹੜਾ ਅਵਲ ਦਰਜੇ ਵਿੱਚ ਪਾਸ ਹੁੰਦਾ, ਤੇ ਗੁਰੂ ਫਿਰ ਪਰਚਾ ਪਾ ਦਿੰਦਾ। ਭਾਵ ਕਿ ਸਤਿਗੁਰੂ ਮਹਾਰਾਜ ਆਪਣੇ ਸੇਵਕਾਂ ਦੀ ਪਰਖ ਲੈਂਦੇ ਹਨ। ਗਾਂਧ ਤਨੈ ਪਰਖਿਓ ਹਰ ਚੰਦਾ, ਹੁਣ ਪੁਰਾਣ ਕਥਾ ਦੇ ਵਿੱਚੋਂ ਬਾਬਾ ਲਹਿਣਾ ਜੀ ਦ੍ਰਿਸ਼ਟਾਂਤ ਦਿੰਦੇ ਹਨ ਤੇ ਬਚਨ ਕਰਦੇ ਹਨ ਕਿ ਗਾਂਧ ਰਾਜਾ ਜਿਹੜਾ, ਉਹਦਾ ਪੁੱਤਰ ਹੋਇਆ ਵਿਸ਼ਵਾਮਿੱਤਰ, ਤੇ ਜਿਨ੍ਹਾਂ ਦਾ ਨਾਮ ਪਿਆਰਿਓ ਬੱਚਾ ਬੱਚਾ ਜਾਣਦਾ, ਜਿਹੜੇ 7 ਪਰਾਇਣੀ ਸਨ, ਹਰੀ ਚੰਦ ਜਿਨ੍ਹਾਂ ਦਾ ਨਾਮ ਹੈ। 7 ਪਰਾਇਣੀ ਸਨ, ਸੱਚ ਦੇ ਉੱਤੇ ਉਹਨਾਂ ਨੇ ਦ੍ਰਿੜ ਹੋ ਕਰਕੇ ਪੈਰਾ ਦੇਣਾ ਕੀਤਾ। ਤੇ ਹਰੀ ਚੰਦ ਦੀ ਜਦੋਂ ਬਹੁਤ ਜ਼ਿਆਦਾ ਪ੍ਰਸਿੱਧੀ ਵੱਧ ਗਈ, ਬਹੁਤ ਮਹਾਨਤਾ ਵੱਧ ਗਈ, ਤੇ ਵਿਸ਼ਵਾਮਿੱਤਰ ਨੂੰ ਪਤਾ ਚੱਲਿਆ। ਵਿਸ਼ਵਾਮਿੱਤਰ ਨੂੰ ਵੀ ਲੋਕਾਂ ਨੇ ਆ ਕਰਕੇ ਕਿਹਾ ਕਿ ਹਰੀ ਚੰਦ ਜਿਹੜਾ ਬੜਾ 7 ਪਰਾਇਣੀ ਹੈ, ਜਿਹੜਾ ਵੀ ਉਹ ਬਚਨ ਕਰ ਦਿੰਦਾ, ਆਪਣੇ ਬਚਨਾਂ ਨੂੰ ਓੜ ਤੱਕ ਨਿਭਾਉਂਦਾ ਹੈ, ਆਪਣੇ ਬਚਨਾਂ ਤੋਂ ਉਹ ਮੁਨਕਰ ਖਾਰਜ ਨਹੀਂ ਹੁੰਦਾ। ਬਸ ਇਹ ਗੱਲ ਦੀ ਪਰਖ ਕਰਨ ਵਾਸਤੇ ਵਿਸ਼ਵਾਮਿੱਤਰ ਨੇ ਪਿਆਰਿਓ ਹੱਦ ਮੁਕਾ ਦਿੱਤੀ। ਬਹੁਤ ਕਠਨ ਤੋਂ ਕਠਨ ਹਰੀ ਚੰਦ ਦੀ ਪ੍ਰੀਖਿਆ ਲੈਣੀ ਕੀਤੀ। ਕਿੱਥੇ ਦੇਖੋ, ਬਿਹਾਰ ਦਾ ਪਾਟਲੀ ਪੁੱਤਰ ਦਾ ਇੰਨਾ ਵੱਡਾ ਖੇਤਰ ਜਿਹੜਾ ਉੱਥੋਂ ਦਾ ਰਾਜਾ ਸੀ, ਤੇ ਉਹਦਾ ਰਾਜ ਚੱਲ ਗਿਆ, ਪਾਟ ਚੱਲ ਗਿਆ, ਸਭ ਖਤਮ ਹੋ ਗਿਆ। ਤੇ ਪਰਿਵਾਰ ਦੇ ਖਾਤਰ, ਲੋਕ ਭਲਾਈ ਦੇ ਖਾਤਰ ਉਹ ਗੁਲਾਮ ਬਣ ਗਿਆ, ਚੰਡਾਲਾਂ ਦੇ ਘਰ ਘੇਰਿਆ।
ਤੇ ਅਖੀਰ ਨੂੰ ਫਿਰ ਵਿਸ਼ਵਾਮਿੱਤਰ ਨੂੰ ਤੇ ਸ਼ਿਵ ਜੀ ਭਗਵਾਨ ਨੂੰ ਆ ਕਰਕੇ ਮੰਨਣਾ ਪਿਆ, ਕਹਿਣਾ ਪਿਆ ਕਿ ਹਰੀ ਚੰਦ ਭਾਈ ਤੂੰ ਪਾਸ ਹੋ ਗਿਆ, ਤੂੰ ਜਿੱਤ ਗਿਆ ਕਰਕੇ। ਸਤ ਨ ਡਿਗਿਓ ਲਹਿਓ ਪਰਮ ਆਨੰਦਾ। ਉਹਨਾਂ ਨੇ ਆਪਣੇ ਸਤ ਨੂੰ ਨਹੀਂ ਡਿਗਾਉਣਾ ਕੀਤਾ ਤੇ ਪਰਮ ਆਨੰਦ ਦੀ ਉਹਨਾਂ ਨੇ ਪ੍ਰਾਪਤੀ ਕਰਨੀ ਕੀਤੀ ਹੈ। ਅੱਜ ਕਈ ਵਾਰੀ ਆਪਾਂ ਵੇਖਦੇ ਹਾਂ ਥੋੜੀ ਕੋ ਮਾਇਆ ਦੇ ਖਾਤਰ ਕੁਛ ਆਪਣੇ 4-5 ਕੰਮ ਕਰਾਉਣ ਦੇ ਵਾਸਤੇ ਲੋਕੀ ਆਪਣਾ ਸਤ ਭੰਗ ਕਰ ਦਿੰਦੇ ਹਨ, ਝੂਠ ਦੇ ਉੱਤੇ ਝੂਠ ਮਾਰੀ ਜਾਂਦੇ ਹਨ, ਸਾਰੇ ਪੰਥ ਦੇ ਨਾਲ ਗੱਦਾਰੀ ਕਰ ਜਾਂਦੇ। ਲੇਕਿਨ ਹਰੀ ਚੰਦ ਜਿਹੜਾ ਹੈ ਉਹ ਸਤ ਪਰਾਇਣੀ ਸੀ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨੇ ਸਤ ਦਾ ਆਸਰਾ ਨਹੀਂ ਛੱਡਣਾ ਕੀਤਾ। ਖੇਤ ਕਪੂਤ ਮਾਸ ਨਿਜ ਦੀਨਾ। ਤੇ ਕਪੂਤ ਦੇ ਵਾਸਤੇ ਪਾਵ ਕੇ ਜਦੋਂ ਕਬੂਤਰ ਆ ਗਿਆ ਸੀ ਉਹਦੇ ਵਾਸਤੇ ਉਹਨੇ ਆਪਣਾ ਮਾਸ ਨੋਸ਼ ਕਰਕੇ ਦੇ ਦਿੱਤਾ ਕਿ ਭਾਈ ਤੂੰ ਖਾ ਲੈ, ਤ੍ਰਿਪਤ ਹੋ ਜਾ। ਤ੍ਰਿਤ ਧਰ ਤਬ ਨ੍ਰਿਪ ਪਦ ਸੁਖ ਲੀਨਾ। ਇਸ ਤਰ੍ਹਾਂ ਧੀਰਜ ਧਾਰਨ ਕਰਕੇ, ਕਿਉਂਕਿ ਇੱਕ ਵਿਸ਼ਵਾਮਿੱਤਰ ਨੇ ਉਹਦੀ ਪਰਖ ਕਰਨ ਵਾਸਤੇ ਕਹਿੰਦੇ ਕਬੂਤਰ ਦਾ ਰੂਪ ਧਾਰਨ ਕਰਕੇ ਆ ਗਿਆ ਤੇ ਹਰੀ ਚੰਦ ਨੂੰ ਕਹਿਣ ਲੱਗਾ, ਹਰੀ ਚੰਦਾ ਭੁੱਖ ਬੜੀ ਲੱਗੀ ਐ, ਮੈਨੂੰ ਕੁਛ ਦੇ ਭਾਈ ਛਕਣ ਵਾਸਤੇ। ਹਰੀ ਚੰਦ ਕਹਿਣ ਲੱਗਾ ਮੇਰੇ ਕੋਲ ਤਾਂ ਕੁਛ ਵੀ ਨਹੀਂ ਐ। ਤੇ ਕਬੂਤਰ ਕਹਿੰਦਾ ਕਿ ਭਾਈ ਮੈਂ ਬਹੁਤ ਆਸ ਲੈ ਕਰਕੇ ਆਇਆ ਕਿ ਤੇਰੇ ਤੋਂ ਮੈਨੂੰ ਕੁਛ ਪ੍ਰਾਪਤ ਹੋ ਜਾਵੇ। ਤੇ ਫਿਰ ਹਰੀ ਚੰਦ ਕਹਿਣ ਲੱਗਾ ਕੋਈ ਗੱਲ ਨਹੀਂ ਐ, ਤੂੰ ਅਤਿਥੀ ਬਣ ਕੇ ਆਇਆ, ਮੈਂ ਤੈਨੂੰ ਖਾਲੀ ਨਹੀਂ ਮੋੜਨਾ। ਤੇ ਆਪਣੇ ਮਾਸ ਦੇ ਪਲ ਜਿਹੜੇ ਹਨ ਉਹਨੂੰ ਟੁਕੜੇ ਕਰਕੇ ਨੋਸ਼ ਕਰਕੇ ਉਹਨੂੰ ਛਕਾ ਦਿੱਤਾ ਤੇ ਆਪਣਾ ਬਚਨ ਪੂਰਾ ਨਿਭਾਇਆ ਹੈ। ਮੋਰ ਧੁਜ ਨ੍ਰਿਪ ਭਗਤ ਮਤ ਭੀਨੀ। ਇਸ ਤਰ੍ਹਾਂ ਹੀ ਇੱਕ ਮੋਰ ਧੁਜ ਰਾਜਾ ਜਿਹੜਾ ਹੈ ਉਹਨੇ ਵੀ ਭਗਤੀ ਦੇ ਵਿੱਚ ਉਹਦੀ ਮਤ ਭਿੱਜੀ ਹੋਈ ਸੀ। ਸਹੀ ਕਸੌਟੀ ਜੋ ਪ੍ਰਭ ਦੀਨੀ। ਉਹਨੇ ਵੀ ਆਪਣੇ ਮਾਲਕ ਦੀ ਕਸੌਟੀ, ਆਪਣੇ ਗੁਰੂ ਦੀ ਕਸੌਟੀ, ਜੋ ਉਹਦੇ ਗੁਰੂ ਨੇ ਕਸੌਟੀ ਪਾਈ ਉਹ ਕਸੌਟੀ ਨੂੰ ਉਹਨੇ ਝੱਲਣਾ ਕੀਤਾ, ਉਹ ਵੀ ਪਾਸ ਹੋ ਗਿਆ। ਇਸ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ਟਾਂਤ ਬਾਬਾ ਲਹਿਣਾ ਜੀ ਸਿੱਖਾਂ ਨੂੰ ਦੇ ਰਹੇ ਹਨ। ਔਰ ਕਥਾ ਕਹਿ ਬਹੁ ਸਮਝਾਏ। ਔਰ ਵੀ ਬਹੁਤ ਸਾਰੀ ਪੁਰਾਣਾ ਦੀ ਕਥਾ, ਇਤਿਹਾਸ ਦੀ ਕਥਾ ਕਹਿ ਕਰਕੇ ਸਮਝਾਉਣਾ ਕੀਤਾ। ਤੀਨ ਮਹੂਰਤ ਜਬ ਬਿਤਾਏ। ਇਸ ਤਰ੍ਹਾਂ ਕਰਦੇ ਕਰਦੇ ਬਚਨ ਬਿਲਾਸ ਕਰਦਿਆਂ 3 ਮਹੂਰਤ ਜਦੋਂ ਬਤੀਤ ਹੋਏ। ਤਹਿਸ਼ਨ ਚਲ ਆਏ ਸ਼੍ਰੀ ਨਾਨਕ। ਬਸ ਪਿਆਰਿਓ 3 ਮਹੂਰਤ ਬਤੀਤ ਹੋਣ ਤੋਂ ਬਾਅਦ 3-4 ਘੰਟੇ ਜਦੋਂ ਬਤੀਤ ਹੋਏ, ਬਾਬਾ ਨਾਨਕ ਦੇਵ ਜੀ ਮਹਾਰਾਜ ਫਿਰ ਦੁਬਾਰਾ ਜਿਹੜਾ ਹੈ ਨਗਰ ਦੇ ਵਿੱਚ ਚੱਲ ਕਰਕੇ ਆਏ। ਕਿਉਂਕਿ ਬਾਬਾ ਲਹਿਣਾ ਜੀ ਨੂੰ ਪਤਾ ਸੀ ਕਿ ਇਹ ਹੁਣ ਸਵਾਂਗ ਜਿਹੜਾ ਹਾਲੇ ਖਤਮ ਨਹੀਂ ਹੋਇਆ, ਇਹ ਪ੍ਰੀਖਿਆ ਜਿਹੜੀ ਆ ਖਤਮ ਨਹੀਂ ਹੋਈ ਹੈ। ਜਿਸ ਤਰ੍ਹਾਂ ਪ੍ਰੀਖਿਆ ਵੀ ਪਿਆਰਿਓ ਆਪਾਂ ਸਕੂਲਾਂ ਦੇ ਵਿੱਚ ਦਿੰਦੇ ਆ ਤੇ ਇੱਕਦਮ ਵੱਡੀ ਪ੍ਰੀਖਿਆ ਨਹੀਂ ਲੱਗ ਜਾਂਦੀ ਹੈ। ਪਹਿਲੇ ਜੋ ਹੈ ਯੂਨਿਟ ਟੈਸਟ ਹੁੰਦਾ, ਮੰਥਲੀ ਟੈਸਟ ਹੁੰਦਾ, ਫਿਰ 6 ਮਹੀਨੇ ਬਾਅਦ ਦੀ ਹੁੰਦੀ ਹੈ ਪ੍ਰੀਖਿਆ। ਇਸ ਤਰ੍ਹਾਂ ਕਰਦੇ ਕਰਦੇ ਪਿਆਰਿਓ ਫਿਰ ਅਖੀਰ ਨੂੰ ਸਭ ਤੋਂ ਵੱਡੀ ਪ੍ਰੀਖਿਆ ਹੁੰਦੀ ਹੈ। ਤੇ ਜਿਹੜਾ ਅਖੀਰਲੀ ਵੱਡੀ ਪ੍ਰੀਖਿਆ ਦੇ ਵਿੱਚ ਪਾਸ ਹੋ ਜਾਵੇ ਤੇ ਫਿਰ ਪਿਆਰਿਓ ਉਹ ਅਵਲ ਦਰਜੇ ਦੇ ਵਿੱਚ ਪਾਸ ਹੋ ਜਾਂਦਾ। ਕਈ ਜਿਹੜੇ ਹਨ ਛੋਟੀਆਂ ਪ੍ਰੀਖਿਆ ਦੇ ਵਿੱਚ ਪਾਸ ਹੋ ਜਾਂਦੇ ਲੇਕਿਨ ਅਖੀਰ ਦੇ ਵਿੱਚ ਫੇਲ ਹੋ ਜਾਂਦੇ। ਤੇ ਬਾਬਾ ਲਹਿਣਾ ਜੀ ਨੂੰ ਪਤਾ ਸੀ ਕਿ ਭਾਈ ਇਹ ਤਾਂ ਸ਼ੁਰੂਆਤ ਹੈ, ਇਹ ਤਾਂ ਨਿੱਕੇ ਮਹਾਰਾਜ ਜੀ ਨੇ ਪਰਚੇ ਪਾਏ, ਵੱਡਾ ਪਰਚਾ ਜਿਹੜਾ ਵੱਡੀ ਪ੍ਰੀਖਿਆ ਹਾਲੇ ਆਉਣ ਵਾਲੀ ਹੈ। ਇਸ ਕਰਕੇ ਪਹਿਲਾਂ ਹੀ ਉਹਨਾਂ ਨੇ ਸਿੱਖਾਂ ਨੂੰ ਸੁਚੇਤ ਕਰ ਦਿੱਤਾ ਕਿ ਸਿੱਖੋ ਹੁਣ ਔਰ ਪਰਚੇ ਪੈਣ ਵਾਲੇ, ਤੁਸੀਂ ਸੁਚੇਤ ਰਹੋ। ਬਸ ਇਹ ਬਚਨ ਹੀ ਕਰ ਰਹੇ ਸੀ ਤੇ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲ ਕਰਕੇ ਆ ਗਏ। ਉਠੇ ਸਿੱਖ ਅਵਿਲੋਕ ਅਚਾਨਕ। ਸਿੱਖਾਂ ਨੇ ਜਦੋਂ ਵੇਖਿਆ ਸਤਿਗੁਰੂ ਮਹਾਰਾਜ ਜੀ ਆਏ ਸਤਿਕਾਰ ਦੇ ਵਜੋਂ, ਉਹ ਖੜ ਗਏ ਹੱਥ ਜੋੜ ਕੇ। ਬੰਦਹਿ ਹਾਥ ਬੰਦ ਨਾ ਕਰਹਿ। ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਬੰਦਨਾ ਕਰਦੇ ਹਨ, ਨਮਸਕਾਰ ਕਰਦੇ। ਭੈ ਅਚਰਜ ਯੁਤ ਬਚਨ ਉਚਰਹਿ। ਕਵੀ ਰਾਜ ਕਹਿੰਦੇ ਕਿ ਸਿੱਖਾਂ ਦੇ ਮਨ ਦੇ ਵਿੱਚ ਪਿਆਰਿਓ ਇੱਕ ਤਾਂ ਭੈ ਵੀ ਸੀ ਕਿ ਮਹਾਰਾਜ ਜੀ ਨੇ ਕੀ ਕੌਤਕ ਵਰਤਾਉਣਾ, ਮਨ ਵਿੱਚ ਡਰ ਵੀ ਆ ਰਿਹਾ ਸੀ। ਨਾਲ ਮਹਾਰਾਜ ਜੀ ਦੇ ਅਸਚਰਜ ਕੌਤਕ ਨੂੰ ਵੇਖ ਕਰਕੇ ਬੜੇ ਅਸਚੰਬੇ ਦੇ ਵਿੱਚ ਆ ਗਏ। ਭੈ ਵੀ ਆ ਗਿਆ, ਅਸਚਰਜਤਾ ਵੀ ਆ ਗਏ। ਮੁਖੋਂ ਪਿਆਰਿਓ ਕੋਈ ਬਚਨ ਨਹੀਂ ਨਿਕਲ ਰਿਹਾ, ਗਲਾ ਜਿਹੜਾ ਸੁੱਕ ਗਿਆ ਹੈ।
ਬਚਨ ਕੋਈ ਨਿਕਲਦਾ ਨਹੀਂ ਹੈ। ਗੁਰ ਕੇ ਕਟ ਮਹਿ ਤਾਮਰ ਕੁਪੀਨ। ਕੀ ਤੱਕਦੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਲੱਕ ਦੇ ਨਾਲ ਪਿਆਰਿਓ ਲਾਲ ਰੰਗ ਦੀ ਕੁਪੀਨ ਜਿਹੜੀ ਹੈ, ਭਾਵ ਕਿ ਲੰਗੋਟਾ ਜਿਹੜਾ ਉਹਨੂੰ ਕਜਨਾ ਕੀਤਾ, ਬੰਨਣਾ ਕੀਤਾ। ਕੁਲ ਹੈ ਸੀਸ ਪਰ ਕੁਤ ਕਾ ਲੀਨ। ਸਤਿਗੁਰੂ ਮਹਾਰਾਜ ਜੀ ਦੇ ਸੀਸ ਦੇ ਉੱਤੇ ਪਿਆਰਿਓ ਕੁਲਹਾ ਹੈ, ਤੇ ਜਿਹਨੂੰ ਆਪਾਂ ਟੋਪ ਬੋਲਦੇ ਆ, ਤੇ ਸਤਿਗੁਰੂ ਮਹਾਰਾਜ ਸੇਲੀ ਟੋਪੀ ਜਿਹੜੀ ਹੈ ਉਹ ਧਾਰਨ ਕਰਨਾ ਕੀਤਾ। ਤੇ ਐਤਕੀ ਪਹਿਲੇ ਤਾਂ ਮਹਾਰਾਜ ਜੀ ਨੇ ਤਾਣਖ ਦਾ ਜਦੋਂ ਰੂਪ ਧਾਰਨ ਕੀਤਾ, ਤੇ ਕਮਰ ਦੇ ਵਿੱਚ ਮਹਾਰਾਜ ਜੀ ਨੇ ਵੱਡਾ ਸਾਰਾ ਛੁਰਾ ਰੱਖਣਾ ਕੀਤਾ, ਹੱਥ ਵਿੱਚ ਧਨੁਖ ਧਾਰਨ ਕੀਤਾ ਸੀ। ਹੁਣ ਮਹਾਰਾਜ ਜੀ ਨੇ ਫਿਰ ਸਵਾਂਗ ਬਦਲ ਲਿਆ, ਉਹ ਛੁਰਾ ਲਾ ਕਰਕੇ ਤੇ ਨਾਲ ਧਨੁਖ ਤੇ ਤੀਰ ਲਾ ਕਰਕੇ ਹੁਣ ਮਹਾਰਾਜ ਜੀ ਨੇ ਵੱਡਾ ਸਾਰਾ ਕੁਤਕਾ ਜਿਹੜਾ ਡੰਡਾ ਜਿਹੜਾ ਹੈ ਉਹਨੂੰ ਹੱਥ ਵਿੱਚ ਧਾਰਨ ਕੀਤਾ। ਔਰ ਦੁਕੂਲ ਨਾ ਉਪਰ ਕੋਈ। ਇਸ ਕੱਪੜੇ ਤੋਂ ਇਲਾਵਾ ਇੱਕ ਸਿਰ ਦੇ ਉੱਤੇ ਕੇਸਗੀ ਬੰਨੀ ਹੋਈ ਹੈ ਤੇ ਤੇੜ ਲੰਗੋਟਾ ਬੰਨਿਆ ਹੋਇਆ। ਇਹ ਤੋਂ ਇਲਾਵਾ ਸਤਿਗੁਰੂ ਮਹਾਰਾਜ ਜੀ ਨੇ ਤਨ ਦੇ ਉੱਤੇ ਕੋਈ ਵਸਤਰ ਨਹੀਂ ਧਾਰਨ ਕੀਤਾ। ਜਿਨ ਬਹੁ ਨਰਕੀ ਦੁਰਮਤ ਖੋਈ। ਜਿਹੜੇ ਸਤਿਗੁਰੂ ਮਹਾਰਾਜ ਜੀ ਨੇ ਅਨੇਕ ਲੋਕਾਂ ਦੀ ਦੁਰਮਤ ਨੂੰ ਨਾਸ਼ ਕਰਨਾ ਕੀਤਾ ਹੈ। ਜਬ ਸਿੱਖ ਚਰਨਨ ਪਰ ਸਿਰ ਧਾਰ। ਇਹੋ ਜਿਹੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੇਖ ਕਰਕੇ ਸਿੱਖਾਂ ਨੇ ਫਿਰ ਭੱਜ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਣ ਦਾ ਯਤਨ ਕੀਤਾ। ਕੁਤ ਕਾ ਏਕ ਪੀਠ ਮਹਿ ਮਾਰ। ਸਤਿਗੁਰੂ ਮਹਾਰਾਜ ਜੀ ਨੇ ਕੀ ਕੌਤਕ ਵਰਤਾਇਆ ਪਿਆਰਿਓ, ਡੰਡਾ ਲੈ ਕਰਕੇ ਜਿਹੜਾ ਵੀ ਮੱਥਾ ਟੇਕਦਾ ਵਗਾ ਵਗਾ ਕਰਕੇ ਖਿੱਚ ਕਰਕੇ ਕੁੱਤਕੇ ਛੱਡਦੇ ਹਨ, ਡੰਡੇ ਮਾਰਦੇ ਹਨ। ਅਚਰਜ ਪਏ ਤੂਸ਼ਨੀ ਠਾਨੀ। ਸਿੱਖ ਬੜੇ ਆਸ਼ਚਰਜ ਹੋ ਗਏ, ਦੰਗ ਹੋ ਗਏ, ਲੇਕਿਨ ਮੁਖੋਂ ਕੋਈ ਜਵਾਬ ਨਹੀਂ ਦਿੰਦੇ, ਕੋਈ ਬਚਨ ਨਹੀਂ ਕਰਦੇ। ਅਲਖ ਗਤੀ ਕੁਛ ਜਾਏ ਨਾ ਜਾਣੀ। ਸਤਿਗੁਰੂ ਮਹਾਰਾਜ ਜੀ ਦੀ ਗਤ ਜਿਹੜੀ ਆ ਅਲਖ ਹੈ, ਕੋਈ ਜਾਣ ਨਹੀਂ ਸਕਦਾ। ਸਭ ਕੇ ਇਸੀ ਪ੍ਰਕਾਰ ਪ੍ਰਹਾਰੇ। ਸਤਿਗੁਰੂ ਮਹਾਰਾਜ ਜੀ ਨੇ ਕੋਈ ਆਪ ਦੇਖਿਆ ਨਾ ਤਾਪ ਦੇਖਿਆ, ਜੋ ਵੀ ਆ ਗਿਆ ਮਹਾਰਾਜ ਜੀ ਨੇ ਇਹ ਨਹੀਂ ਕਿ ਭਾਈ ਇਹਨੂੰ ਮਾਰ ਦਿੱਤਾ, ਦੂਜੇ ਨੂੰ ਛੱਡ ਦਿੱਤਾ। ਜਿਹੜਾ ਵੀ ਆ ਗਿਆ ਪਿਆਰਿਓ ਡੰਡਿਆਂ ਦੇ ਨਾਲ ਮਾਰ ਕਰਕੇ ਉਹਨਾਂ ਦੀਆਂ ਹੱਡੀਆਂ ਭੰਨ ਦਿੱਤੀਆਂ। ਬਹੁਰੂ ਸ਼੍ਰੀ ਮੁਖ ਬਚਨ ਉਚਾਰੇ। ਫਿਰ ਮਾਰ ਕਰਕੇ ਚੰਗੀ ਤਰ੍ਹਾਂ ਕੁੱਟ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ ਹੈ। ਦੋਹਰਾ ਕਿਉਂ ਬੈਠੇ ਤੁਮ ਕੌਣ ਹੋ, ਗਮਨ ਹੋ ਨਿਜ ਨਿਜ ਥਾ। ਸਤਿਗੁਰੂ ਮਹਾਰਾਜ ਕਹਿੰਦੇ ਕਿ ਕਿਉਂ ਬੈਠੇ, ਕਿਉਂ ਤੁਸੀਂ ਭਾਈ ਬੈਠੇ ਹੋਏ ਹੋ, ਤੁਮ ਕੌਣ ਹੋ। ਉਹ ਜਿਹੜੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਆਪਣਾ ਜੀਵਨ ਲਾ ਲਿਆ, ਸਤਿਗੁਰੂ ਮਹਾਰਾਜ ਜੀ ਦੇ ਨਾਲ ਬਹੁਤ ਲੰਬਾ ਸਮਾਂ ਰਹਿ ਕਰਕੇ ਬਤੀਤ ਕੀਤਾ। ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਮੌਜਾਂ ਦੇ ਮਾਲਕ ਉਹਨਾਂ ਨੂੰ ਆਸ਼ਚਰਜਤਾ ਭਰੀ ਨਿਗਾਹ ਦੇ ਨਾਲ ਤੱਕਦੇ, ਇੰਜ ਵੇਖਦੇ ਕਿ ਜਿਸ ਤਰ੍ਹਾਂ ਕੋਈ ਅਜਨਬੀ ਬੰਦਾ ਜਿਹਨੂੰ ਆਪਾਂ ਤੱਕਦੇ ਨਾ ਵੇਖਦੇ, ਤੇ ਆਪਾਂ ਨੂੰ ਫਿਰ ਉਹਦਾ ਹਾਵ ਭਾਵ ਵੇਖ ਕਰਕੇ ਹੀ ਪਤਾ ਲੱਗ ਜਾਂਦਾ ਕਿ ਭਾਈ ਇਹ ਬੰਦਾ ਜਿਹੜਾ ਸਾਨੂੰ ਨਹੀਂ ਜਾਣਦਾ ਹੈ। ਇਸ ਤਰ੍ਹਾਂ ਅਜਨਬੀਆਂ ਦੇ ਵਾਂਗੂ ਸਤਿਗੁਰੂ ਮਹਾਰਾਜ ਜੀ ਨੇ ਵੇਖਣਾ ਕੀਤਾ ਕਿ ਆ ਕੇ ਭਾਈ ਤੁਸੀਂ ਕੌਣ ਹੋ, ਐਵੇਂ ਕਿਉਂ ਬੈਠੇ ਹੋਏ, ਦੌੜ ਜਾਓ, ਭੱਜ ਜਾਓ ਆਪਣੇ ਆਪਣੇ ਘਰਾਂ ਨੂੰ। ਕਾਜ ਤੁਮਾਰੋ ਨਹਿ ਕਛੂ ਤੂਰਨ ਨਿਕਸ ਹੋਤਾ। ਤੁਹਾਡਾ ਹੁਣ ਇੱਥੇ ਕੋਈ ਕੰਮ ਨਹੀਂ ਹੈ, ਤੁਰੰਤ ਇੱਥੋਂ ਭੱਜ ਜਾਓ, ਆਪਣੇ ਆਪਣੇ ਘਰਾਂ ਨੂੰ ਚੱਲ ਜਾਓ। ਸੋ ਪਈ ਡਰਤ ਜੋਰ ਕਰ ਸਿੱਖਨ ਭਾਖਾ। ਸਿੱਖ ਜਿਹੜੇ ਡਰਦੇ ਡਰਾਉਂਦੇ ਹੱਥ ਜੋੜ ਕਰਕੇ ਬਚਨ ਉਚਾਰਨ ਕੀਤਾ। ਹਮ ਤੁਮਰੇ ਸਿੱਖ ਪੇ ਗਤ ਕਾਂਖਾ। ਕਹਿੰਦੇ ਸਤਿਗੁਰੂ ਮਹਾਰਾਜ ਅਸੀਂ ਆਪ ਜੀ ਦੇ ਸਿੱਖ ਹਾਂ, ਸਿੱਖ ਅਸੀਂ ਆਪ ਜੀ ਤੋਂ ਮੁਕਤੀ ਦੀ ਦਾਤ ਲੈਣ ਵਾਸਤੇ ਆਪ ਜੀ ਦੇ ਕੋਲ ਆਏ ਹਾਂ। ਜਬ ਹੈ ਸਿੱਖ ਕੋ ਨਾਮ ਸੋ ਲੈ। ਜਦੋਂ ਉਹਨਾਂ ਨੇ ਸਿੱਖਾਂ ਨੇ ਨਾਮ ਲਿਆ ਕਿ ਮਹਾਰਾਜ ਤੁਸੀਂ ਸਾਨੂੰ ਭੁੱਲ ਗਏ, ਅਸੀਂ ਆਪ ਜੀ ਦੇ ਸਿੱਖ ਹਾਂ, ਸਿੱਖ। ਸਤਿਗੁਰੂ ਜੀ ਕਹਿਣ ਲੱਗੇ ਸਿੱਖ ਮੇਰੇ ਸਿੱਖ ਤਾਂ ਕੋਈ ਗੱਲ ਨਹੀਂ ਹੈ, ਉਹਨੂੰ ਲਾਗੇ ਬੁਲਾ ਕਰਕੇ ਅਸਗਤ ਸਿੱਖ ਜਿਹੜੀ ਆ ਆਸ਼ਚਰਜ ਕੌਤਕ ਜਦੋਂ ਸਾਰੇ ਸਿਨਾਂ ਦਾ